Like the video, subscribe to the channel and press the bell icon for latest video updates. ਕਿਸੇ ਨੇ ਵੀ ਕਿਹਾ ਵੀ ਤੂੰ ਬੇਵਕੂਫ ਆਫੀਸਰ ਹੈਗਾ, ਇਦਾਂ ਅਕਸਰ ਕਹਿੰਦੇ ਰਹਿੰਦੇ ਹੈਗੇ। ਕੋਈ ਇਦਾਂ ਦੀ ਇਨਸੀਡੈਂਟ ਵੀ ਹੋਇਆ ਹੈਗਾ? ਹਾਂਜੀ, ਬਹੁਤ ਬੰਦਿਆਂ ਨੇ ਕਿਹਾ ਜੀ, ਥੋੜ੍ਹਿਆਂ ਨੇ ਨਹੀਂ ਕਿਹਾ। ਕਈ ਬੰਦੇ ਇਸ ਤਰ੍ਹਾਂ ਦੇ ਮਿਲਦੇ ਸੀਗੇ ਜਿਹੜੇ ਕਿ ਮੈਨੂੰ ਕਹਿੰਦੇ ਸੀਗੇ ਕਿ ਤੂੰ ਜਿਸ ਸੀਟ ਤੇ ਬੈਠਾ ਹੈਗਾ ਇੱਥੇ ਯੂ ਕੈਨ ਡੂ ਬੈਟਰ, ਯੂ ਕੈਨ ਅਰਨ ਬੈਟਰ, ਯੂ ਕੈਨ ਹੈਵ ਅ ਬੈਟਰ ਲਾਈਫ। ਤਾਂ ਮੈਂ ਉਦੋਂ ਮਰੂਤੀ 800 ਚ ਆਉਂਦਾ ਹੁੰਦਾ ਸੀਗਾ। ਯਾਦ ਆ ਮੈਨੂੰ ਕਿ ਮੈਂ 13 ਸਾਲ ਰੱਖੀ ਆ ਉਹ ਕਾਰ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਮੈਨੂੰ ਇਹ ਕਾਰ ਜਿਹੜੀ ਕੰਫਰਟੇਬਲ ਲੱਗਦੀ ਹੈ ਤਾਂ ਵਾਈ ਸ਼ੁਡ ਆਈ ਗੋ ਫਾਰ ਏ ਬਿਗਰ ਵਨ। ਮੈਨੂੰ ਬਹੁਤ ਵਧੀਆ ਲੱਗਦੀ ਹੈ ਇਹ ਕਾਰ। ਈਵਨ ਸਾਡੇ ਰਿਸ਼ਤੇਦਾਰ ਵੀ ਕਈ ਵਾਰੀ ਹੁੰਦਾ ਕਿ ਉਹ ਵੀ ਜਦ ਤੁਹਾਨੂੰ ਕੋਈ ਫੰਕਸ਼ਨਾਂ ਦੇ ਵਿੱਚ ਇਸੇ ਕਰਕੇ ਨਹੀਂ ਬੁਲਾਇਆ ਜਾਂਦਾ ਕਿ ਤੁਹਾਡੇ ਕੋਲ ਮਰੂਤੀ 800 ਹੈਗੀ ਹੈ। ਸੋ ਦੈਟ ਬਿਕਮਸ ਏ ਹਰਡਲ ਇਨ ਯੂਅਰ ਸੋਸ਼ਲਾਈਜੇਸ਼ਨ। ਪਰ ਮੈਂ ਉਸ ਚੀਜ਼ ਨੂੰ ਇਗਨੋਰ ਕਰਦਾ ਰਿਹਾ ਕਿਉਂਕਿ ਸੋਸ਼ਲਾਈਜੇਸ਼ਨ ਜਿਹੜੀ ਹੁੰਦੀ ਹੈ ਉਹ ਤੁਹਾਡੇ ਕੁਆਲਿਟੀਜ਼ ਔਰ ਤੁਹਾਡੀ ਇੱਕ ਪਰਸਨੈਲਿਟੀ ਤੋਂ ਆਪਣੀ ਤੋਂ ਆਉਂਦੀ ਹੈ, ਨਾ ਕਿ ਤੁਹਾਡੀਆਂ ਜਿਹੜੀਆਂ ਚੀਜ਼ਾਂ ਤੇ ਵਸਤਾਂ ਤੁਹਾਡੇ ਆਸੇ-ਪਾਸੇ ਹੈਗੀਆਂ ਹੈ। ਦੋਸਤੋ, ਸਾਡੇ ਸਿਸਟਮ ਵਿੱਚ ਭ੍ਰਿਸ਼ਟਾਚਾਰ ਦਾ, ਕਰਪਸ਼ਨ ਦਾ ਤੁਹਾਨੂੰ ਪਤਾ ਬਹੁਤ ਬੋਲਬਾਲਾ ਹੈਗਾ। ਅਕਸਰ ਸਰਕਾਰੀ ਮਹਿਕਮਿਆਂ ਵਿੱਚ ਦਾ ਇਹਦਾ ਕਾਫੀ ਜ਼ਿਆਦਾ ਅਸੀਂ ਬੋਲਬਾਲਾ ਦੇਖਦੇ ਵੀ, ਸੁਣਦੇ ਵੀ ਆ। ਕਈ ਵਾਰੀ ਇਹ ਵੀ ਦੇਖਿਆ ਗਿਆ ਹੈਗਾ ਉੱਪਰਲਾ ਸਿਸਟਮ ਵੀ ਕਰਪਟ ਆ, ਥੱਲੇ ਦਾ ਵੀ ਕਰਪਟ ਆ। ਜੇ ਕੋਈ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਚਾਹੇ ਤੇ ਉਹਨੂੰ ਉੱਪਰੋਂ ਤੇ ਥੱਲੇ ਦੋਨੋਂ ਪਾਸਿਓਂ ਤੰਗ ਕੀਤਾ ਜਾਂਦਾ ਹੈਗਾ। ਪਰ ਫਿਰ ਵੀ ਬਹੁਤ ਸਾਰੇ ਵਿੱਚ ਆਫਿਸਰ ਇਦਾਂ ਦੇ ਵੀ ਹੈਗੇ ਜਿਹੜੇ ਇਦਾਂ ਦੇ ਸਿਸਟਮ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਰਸਤੇ ਆਪ ਬਣਾਉਂਦੇ ਹੈਗੇ ਆ। ਅੱਜ ਇੱਕ ਅਜਿਹੇ ਜਿਹੇ ਇੱਕ ਅਫਸਰ ਨਾਲ ਸਾਡੀ ਮੁਲਾਕਾਤ ਕਰਾਵਾਂਗੇ। ਮੇਰੀ ਬਰਾਤ ਆ ਰੁਪਿੰਦਰ ਸਿੰਘ ਜੀ, ਜੋ ਕਿ ਡਿਪਟੀ ਡਾਇਰੈਕਟਰ ਹੈ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ, ਤੇ ਬਹੁਤ ਅੱਛੀ ਇਹਨਾਂ ਦੀ ਇੰਟੈਗ੍ਰਿਟੀ ਹੈ। ਸਾਰਾ ਜਿਹੜੀ ਜ਼ਿੰਦਗੀ ਇਹਨਾਂ ਨੇ ਇਮਾਨਦਾਰੀ ਨਾਲ ਗੁਜ਼ਾਰੀ ਹੈ। ਪਿੱਛੇ ਮੈਂ 1.5-2 ਸਾਲ ਪਹਿਲੇ ਗਿਆ ਤਾਂ ਇਹਨਾਂ ਦੇ ਕੋਲ ਇੱਕ ਮੈਂ ਆਫਿਸ ਵਿੱਚ ਮਰੂਤੀ ਕਾਰ, ਉਹ ਜਿਹੜੀ ਬਹੁਤ ਪੁਰਾਣੇ ਮਾਡਲ ਦੀ ਦੇਖੀ, ਉੱਥੋਂ ਗੱਲਬਾਤ ਸ਼ੁਰੂ ਹੋਈ। ਤੇ ਹੁਣ ਅਸੀਂ ਇਹਨਾਂ ਦੇ ਜ਼ਿੰਦਗੀ ਦੇ ਹੋਰ ਆਸਪੈਕਟਸ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਤੁਸੀਂ ਇਹਨਾਂ ਦੀ ਪੂਰੀ ਗੱਲਬਾਤ ਤੋਂ ਬਹੁਤ ਇੰਪ੍ਰੈਸ ਹੋਵਾਂਗੇ। ਰੁਪਿੰਦਰ ਜੀ, ਸਾਡੇ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਲੋਕਾਂ ਨੂੰ ਕਰਪਸ਼ਨ ਦੀ ਸਜ਼ਾ ਮਿਲਦੀ ਹੈਗੀ ਆ, ਕਿਤੇ ਵਿਜੀਲੈਂਸ ਨੇ ਫੜ ਲਿਆ, ਕਿਤੇ ਹੋਰ ਏਜੰਸੀ ਨੇ ਫੜ ਲਿਆ, ਤੇ ਤੁਹਾਡੇ ਸਿਸਟਮ ਵਿੱਚ ਇਮਾਨਦਾਰੀ ਦੀ ਤੁਹਾਨੂੰ ਤੰਗ ਕੀਤਾ ਜਾਂਦਾ ਹੈਗਾ। ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਫਾਰੂਕ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡਾ ਇੱਕ ਉਪਰਾਲਾ ਜਿਹੜਾ ਹੈਗਾ ਟੂ ਹਾਈਲਾਈਟ ਕਿ ਕਰਪਸ਼ਨ ਦੇ ਵਿੱਚ ਕੀ ਕੁਛ ਹੋ ਰਿਹਾ ਹੈਗਾ, ਇਮਾਨਦਾਰੀ ਆਪਾਂ ਕਹਿੰਦੇ ਹੈਗੇ ਕਿ ਹੋਣੀ ਚਾਹੀਦੀ ਅਫਸਰਾਂ ਦੇ ਵਿੱਚ, ਔਰ ਉਸ ਇਮਾਨਦਾਰੀ ਨੂੰ ਫਿਰ ਅਸੀਂ ਪ੍ਰੋਟੈਕਟ ਵੀ ਨਹੀਂ ਕਰ ਸਕਦੇ। ਹਾਂਜੀ ਹਾਂਜੀ। ਤੇ ਜਿਹੜਾ ਤੁਸੀਂ ਇਹ ਦੱਸਿਆ ਹੈਗਾ ਕਿ ਇਮਾਨਦਾਰੀ ਮਤਲਬ ਕਿ ਤੁਹਾਡੇ 'ਚ ਹੋਣੀ ਚਾਹੀਦੀ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਪ੍ਰੀਜ਼ਰਵ ਕਰਨਾ ਹੈਗਾ, ਉਹ ਅਥਾਰਟੀ 'ਤੇ ਡਿਪੈਂਡ ਕਰਦਾ ਹੈਗਾ ਕਿ ਜੇ ਤੁਸੀਂ ਇਕੱਲੇ ਇੱਕ 100 ਬੰਦਿਆਂ ਵਿੱਚ ਇਕੱਲਾ ਇਮਾਨਦਾਰ ਬੰਦਾ ਹੈਗਾ ਤਾਂ ਉਹ ਬਾਕੀ ਦੇ ਜਿਹੜੇ 99 ਬੰਦੇ ਹੈਗੇ ਉਹ ਕਦੇ ਵੀ ਉਹਨੂੰ ਇਮਾਨਦਾਰ ਨਹੀਂ ਰਹਿਣ ਦੇਣਗੇ। ਹਾਂਜੀ ਹਾਂਜੀ। ਜਾਂ ਉਹਨੂੰ ਕੋਸ਼ਿਸ਼ ਕਰਨਗੇ ਕਿ ਉਹ ਵੀ ਉਹਨਾਂ ਵਰਗਾ ਹੋ ਜਾਏ, ਕਿਉਂਕਿ ਉਹਨਾਂ ਦੀ ਜਿਹੜੀ ਹੋਂਦ ਨੂੰ ਖਤਰਾ ਹੋ ਜਾਂਦਾ ਬੰਦਾ। ਹਾਂਜੀ ਹਾਂਜੀ ਹਾਂਜੀ। ਇਸ ਤਰ੍ਹਾਂ ਦੇ ਮਕਸਦ ਦੇ ਨਾਲ ਮੇਰੇ ਨਾਲ ਵੀ ਕੁਛ ਇਸ ਤਰ੍ਹਾਂ ਦਾ ਹੀ ਹੋਇਆ। ਐਕਚੁਅਲੀ ਮੈਨੂੰ ਪਿਛਲੇ 23 ਸਾਲ ਤੋਂ ਜ਼ਿਆਦਾ ਸਮਾਂ ਮੈਂ ਜਲੰਧਰ ਵਿੱਚ ਐਜ਼ ਅ ਡਿਪਟੀ ਡਾਇਰੈਕਟਰ, ਮੈਂ ਹੁਣ ਪਿੱਛੇ ਟ੍ਰਾਂਸਫਰ ਹੋਇਆ ਦਿੱਲੀ ਜਨਵਰੀ ਦੇ ਵਿੱਚ। ਉਹ 23 ਸਾਲ ਦਾ ਜਿਹੜਾ ਸਮਾਂ ਸੀ ਉਹਦੇ 'ਚ ਮੈਂ ਤਕਰੀਬਨ ਕੋਸ਼ਿਸ਼ ਕੀਤੀ ਕਿ ਜੋ ਬੈਸਟ ਪੋਸੀਬਲ ਹੋ ਸਕਦਾ ਐਜ਼ ਐਨ ਆਫਿਸਰ, ਕਿ ਜੇ ਪ੍ਰਮੋਸ਼ਨ ਕਰਨੀ ਹੈਗੀ ਹੈ ਤਾਂ ਉਹ ਮੈਂ ਕਦੀ ਇਹ ਸੋਚ ਕੇ ਨਹੀਂ ਸੀ ਚੱਲਿਆ ਕਿ ਜੀ ਤੁਸੀਂ ਇੱਕ ਸਰਕਾਰੀ ਅਦਾਰਾ ਹੈਗਾ ਤੇ ਉੱਥੇ ਬਸ ਜਾਓ ਤੇ ਸਵੇਰੇ ਗੱਪਾਂ ਛੱਪਾਂ ਮਾਰ ਕੇ ਸ਼ਾਮ ਨੂੰ ਆਪਣੇ 8 ਘੰਟੇ ਪੂਰੇ ਕਰਕੇ ਤੇ ਘਰ ਆ ਜਾਓ। ਉੱਦਾਂ ਦੀ ਕੋਈ ਟੈਂਡੈਂਸੀ ਨਹੀਂ ਸੀ, ਨਾ ਹੀ ਕਦੀ ਆਪਾਂ ਕਦੀ ਇੱਦਾਂ ਦਾ ਸੋਚਿਆ ਸੀ। ਕਿਉਂਕਿ ਮੈਂ ਪ੍ਰਾਈਵੇਟ ਸੈਕਟਰ 'ਚੋਂ ਗਿਆ ਸੀ ਤਾਂ ਮੈਂ ਵੀ ਕੋਸ਼ਿਸ਼ ਕੀਤੀ ਕਿ ਸਾਰੇ ਐਕਸਪੋਰਟਰਸ ਨੂੰ ਇੱਕ ਉਸ ਤਰ੍ਹਾਂ ਦਾ ਮਾਹੌਲ ਦਿੱਤਾ ਜਾਵੇ ਜੋ ਉਹਨਾਂ ਨੂੰ ਐਕਚੁਅਲੀ ਪ੍ਰਮੋਸ਼ਨ ਚਾਹੀਦੀ ਹੈਗੀ, ਉਹਨਾਂ ਦੀ ਹੈਂਡ ਹੋਲਡਿੰਗ ਚਾਹੀਦੀ ਹੈਗੀ ਹੈ ਪ੍ਰਮੋਟ ਕਰਨ ਵਾਸਤੇ ਐਕਸਪੋਰਟ ਨੂੰ। ਉਹ ਆਪਾਂ ਕੋਸ਼ਿਸ਼ ਕੀਤੀ, ਇੱਕ ਛੋਟਾ ਜਿਹਾ ਉਪਰਾਲਾ ਆਪਣੇ ਵੱਲੋਂ ਕੀਤਾ। ਤਾਂ ਉਹਦੇ 'ਚ ਮੈਂ ਇਹ ਹੁੰਦਾ ਸੀਗਾ ਕਿ ਜੋ ਵੀ ਕੋਈ ਗੌਰਮੈਂਟ ਦੀ ਸਕੀਮ ਆਉਂਦੀ ਸੀ, ਚਾਹੇ ਉਹ ਕਿਤੋਂ ਵੀ ਆਉਂਦੀ ਸੀ ਜਾਂ ਕੋਈ ਟ੍ਰੇਡ ਇਨਕੁਆਇਰੀ ਫਾਰਮ ਤੋਂ ਆਉਂਦੀ ਸੀ ਜਾਂ ਕੁਛ ਵੀ ਆਉਂਦਾ ਸੀ, ਉਹਨੂੰ ਟਰਾਂਸਪੇਰੈਂਟਲੀ ਸਾਰੇ ਐਕਸਪੋਰਟਰ, ਚਾਹੇ ਉਹ ਛੋਟਾ ਚਾਹੇ ਉਹ ਵੱਡਾ, ਉਹ ਆਪਾਂ ਸਾਰਿਆਂ ਨੂੰ ਸਰਕੂਲੇਟ ਕਰ ਦੇਈਦੀ ਸੀ। ਹਾਂਜੀ ਹਾਂਜੀ। ਉਹਦੇ ਨਾਲ ਕੀ ਹੁੰਦਾ ਸੀ ਕਿ
ਸਾਰੇ ਬੰਦਿਆਂ ਨੂੰ ਇਹ ਚੀਜ਼ਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਹਾਂਜੀ ਕਿ ਹਾਂਜੀ ਤੁਸੀਂ ਹਾਂਜੀ ਇੱਕ ਐਂਟਰੈਂਟ ਜਿਹੜਾ ਨਵਾਂ ਬੰਦਾ ਹੈਗਾ ਐਕਸਪੋਰਟ ਦੇ ਵਿੱਚ ਆ ਰਿਹਾ ਉਹਨੂੰ ਵੀ ਉੱਦਾਂ ਹੀ ਟਰੀਟ ਕਰ ਰਹੇ ਹੈਗੇ ਹੋ, ਤੁਸੀਂ ਇੱਕ ਜਿਹੜਾ ਐਸਟੈਬਲਿਸ਼ਡ ਐਕਸਪੋਰਟਰ ਹੈਗਾ ਉਹਨੂੰ ਵੀ ਉੱਦਾਂ ਹੀ ਟਰੀਟ ਕਰ ਰਹੇ ਹੈਗੇ ਹੋ, ਬਲਕਿ ਉਹ ਕੁਛ ਐਕਸਪੈਕਟੇਸ਼ਨ ਉਹਨਾਂ ਦੀਆਂ ਜ਼ਿਆਦਾ ਹੋ ਜਾਂਦੀਆਂ ਸੀ ਮੇਰੇ ਤੋਂ ਕਿ ਜੀ ਅੱਛਾ ਇਹ ਬੰਦਾ ਜਿਹੜਾ ਹੈਗਾ ਇਹ ਸਾਰਿਆਂ ਨੂੰ ਇਸੇ ਲੈਵਲ ਤੇ ਟਰੀਟ ਕਰ ਰਿਹਾ ਹੈਗਾ ਤਾਂ ਇਹਦੇ 'ਚ ਕੁਛ ਨਾ ਕੁਛ ਸਾਡਾ ਨੁਕਸਾਨ ਹੋ ਰਿਹਾ। ਪਰ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਟੂ ਪ੍ਰੋਵਾਈਡ ਏ ਲੈਵਲ ਪਲੇਇੰਗ ਫੀਲਡ, ਚਾਹੇ ਉਹ ਕੋਈ ਨਵਾਂ ਬੰਦਾ ਬਹੁਤ ਹੈਗਾ ਹਾਂਜੀ ਤੇ ਹਾਂਜੀ ਉਹਨੂੰ ਐਕਚੁਅਲੀ ਇੱਕ ਐਕਸਪੋਰਟ ਪਾਲਿਸੀ ਦੇ ਮੁਤਾਬਕ ਜੋ ਉਹਨੂੰ ਬੈਨੀਫਿਟਸ ਮਿਲਦੇ ਹੈਗੇ ਗਵਰਨਮੈਂਟ ਵੱਲੋਂ ਉਹ ਸਾਰੇ ਐਕਸਪੋਰਟਰਸ ਨੂੰ ਹੀ ਮਿਲਦੇ ਹੈਗੇ ਆ। ਹਾਂਜੀ ਔਰ ਹਾਂਜੀ ਮੈਂ ਆਪਣੇ ਇਸ ਟਾਈਮ ਦੇ ਵਿੱਚ ਜੀ ਜਦੋਂ ਮੈਂ ਜੁਆਇਨ ਕੀਤਾ 96 ਦੇ ਵਿੱਚ ਕੁਛ ਔਕੜਾਂ ਵੀ ਆਈਆਂ ਮੈਨੂੰ, ਜਿੱਦਾਂ ਨਵੇਂ ਕੁਛ ਇੱਦਾਂ ਦੇ ਐਕਸਪੋਰਟਰ ਵੀ ਸੀਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਜੀ ਤੁਸੀਂ ਸਾਡਾ ਕੰਮ ਕਰ ਦਿਓ ਤੇ ਤੁਹਾਨੂੰ ਅਸੀਂ ਇਸ ਤਰ੍ਹਾਂ ਕਰ ਦਿਆਂਗੇ ਤਾਂ ਤੁਹਾਨੂੰ ਬੈਨੀਫਿਟ ਹੋ ਜਾਏਗਾ। ਕਿਉਂਕਿ ਮੇਰਾ ਧਿਆਨ ਉਧਰਲੇ ਪਾਸੇ ਹੈ ਹੀ ਨਹੀਂ ਸੀ ਕਦੀ। ਤੁਹਾਨੂੰ ਮੈਂ ਹਾਂਜੀ ਹਾਂਜੀ ਜਿਸ ਤਰ੍ਹਾਂ ਜ਼ਿਕਰ ਕੀਤਾ ਸੀਗਾ ਕਿ ਸਾਡੇ ਜਿਹੜੇ ਗ੍ਰੈਂਡਫਾਦਰ ਸਰਦਾਰ ਬਿਸ਼ਨ ਸਿੰਘ ਹਿੰਦੀ ਗਦਰ ਪਾਰਟੀ ਨਾਲ ਹਾਂਜੀ ਅਟੈਚ ਰਹੇ ਹੈਗੇ ਆ ਤੇ ਹਾਂਜੀ ਗਦਰ ਹਾਂਜੀ ਲਹਿਰ ਦੇ ਸੰਪਾਦਕ ਵੀ ਰਹਿ ਚੁੱਕੇ ਆ 1914 ਦੇ ਵਿੱਚ। ਉਸ ਤੋਂ ਬਾਅਦ ਫਿਰ ਸਾਡੇ ਫਾਦਰ ਸਰਦਾਰ ਇਕਬਾਲ ਸਿੰਘ ਤਲਵੰਡੀ ਸਾਬੋ ਦਮਦਮਾ ਸਾਹਿਬ ਜਿਹੜੇ ਪ੍ਰਿੰਸੀਪਲ ਰਿਟਾਇਰ ਹੋਏ ਸੀ ਕਾਲਜ ਤੋਂ, ਹੁਣ ਤਾਂ ਨਹੀਂ ਰਹੇ ਸਾਡੇ ਹਾਂਜੀ ਵਿੱਚ, ਪਰ ਉਹਨਾਂ ਦੇ ਹਾਂਜੀ ਕਦਮ ਦੇ ਚੱਲਦੇ ਹੋਏ ਕਿ ਉਹਨਾਂ ਨੇ ਵੀ ਇੱਕ ਸੱਚ ਦਾ ਰਾਹ ਫੜਿਆ ਸੀ ਤੇ ਉਹਨਾਂ ਨੂੰ ਵੀ ਕਾਫੀ ਔਕੜਾਂ ਸਹਿਣੀਆਂ ਪਈਆਂ ਸੀ ਮੈਨੇਜਮੈਂਟ ਵੱਲੋਂ ਵੀ ਤੇ ਹੋਰ ਵੀ। ਪਰ ਇੱਕ ਉਹ ਕਹਿੰਦੇ ਹੁੰਦੇ ਖੂਨ ਦੇ ਵਿੱਚ ਹੀ ਚੀਜ਼ ਆ ਜਾਂਦੀ ਹੈ ਤੁਹਾਡੇ, ਤਾਂ ਮੇਰੇ ਵੀ ਸ਼ਾਇਦ ਉਹ ਅੱਗੋਂ ਦੇ ਅੱਗੇ ਪਾਸ ਆਨ ਹੋਈ ਹੈ ਤੇ ਮੈਂ ਵੀ ਕੋਸ਼ਿਸ਼ ਹਾਂਜੀ ਕੀਤੀ ਹੈ ਕਿ ਚਾਹੇ ਜਿੰਨੀ ਮਰਜ਼ੀ ਪ੍ਰੋਬਲਮ ਆ ਜਾਏ ਜਾਂ ਕੋਈ ਦਿੱਕਤ ਆ ਜਾਏ ਤਾਂ ਮੈਂ ਉਹ ਇਮਾਨਦਾਰੀ ਵਾਲਾ ਰਾਹ ਆਪਣਾ ਨਹੀਂ ਛੱਡਣਾ ਹੈਗਾ। ਤਾਂ ਇਸ ਤਰ੍ਹਾਂ ਦੇ ਅੱਛਾ ਜਿਹੜੇ ਤੁਸੀਂ ਮੇਰਾ ਚਲੋ ਹੌਲੀ ਹੌਲੀ ਗੱਲ ਕਰਦੇ ਆ, ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਓ। ਕਈ ਵਾਰੀ ਲੋਕੀ ਇਦਾਂ ਵੀ ਕਹਿੰਦੇ ਰਹੇ ਹੈਗੇ ਆ ਤੁਹਾਨੂੰ ਵੀ ਤੁਸੀਂ ਬੇਵਕੂਫ, ਇਦਾਂ ਦੀ ਸੀਟ ਬਾਰ-ਬਾਰ ਨਹੀਂ ਮਿਲਦੀ, ਕਿਉਂ ਗਲਤੀ ਕਰਦੇ ਹੋ, ਇਹ ਬੈਨੀਫਿਟ ਤੁਹਾਨੂੰ ਕਰਨੇ ਚਾਹੀਦੇ, ਜਾਂ ਕਿਸੇ ਨੇ ਇਹ ਵੀ ਕਿਹਾ ਵੀ ਤੂੰ ਬੇਵਕੂਫ ਆਫਿਸਰ ਹੈਗਾ, ਇਦਾਂ ਅਕਸਰ ਕਹਿੰਦੇ ਰਹਿੰਦੇ ਹੈਗੇ। ਕੋਈ ਇਦਾਂ ਦੀ ਇਨਸੀਡੈਂਟ ਵੀ ਹੋਇਆ ਹੈਗਾ? ਹਾਂਜੀ ਬਹੁਤ ਬੰਦਿਆਂ ਨੇ ਕਿਹਾ ਜੀ, ਥੋੜ੍ਹਿਆਂ ਨੇ ਨਹੀਂ ਕਿਹਾ। ਕਈ ਬੰਦੇ ਇਸ ਤਰ੍ਹਾਂ ਦੇ ਮਿਲਦੇ ਸੀਗੇ ਜਿਹੜੇ ਕਿ ਮੈਨੂੰ ਕਹਿੰਦੇ ਸੀਗੇ ਕਿ ਤੂੰ ਜਿਸ ਸੀਟ ਤੇ ਬੈਠਾ ਹੈਗਾ ਇੱਥੇ ਯੂ ਕੈਨ ਡੂ ਬੈਟਰ, ਯੂ ਕੈਨ ਅਰਨ ਬੈਟਰ, ਯੂ ਕੈਨ ਹੈਵ ਏ ਬੈਟਰ ਲਾਈਫ। ਤਾਂ ਮੈਂ ਉਦੋਂ ਮਰੂਤੀ 800 'ਚ ਆਉਂਦਾ ਹੁੰਦਾ ਸੀਗਾ, ਯਾਦ ਆ ਮੈਨੂੰ ਕਿ ਮੈਂ 13 ਸਾਲ ਰੱਖੀ ਆ ਉਹ ਕਾਰ ਤੇ ਮੈਂ ਉਹਨਾਂ ਨੂੰ ਹਾਂਜੀ ਕਹਿੰਦਾ ਹੁੰਦਾ ਸੀ ਹਾਂ ਕਿ ਮੈਨੂੰ ਇਹ ਕਾਰ ਜਿਹੜੀ ਕੰਫਰਟੇਬਲ ਲੱਗਦੀ ਹੈ ਤਾਂ ਵਾਈ ਸ਼ੁੱਡ ਆਈ ਗੋ ਫਾਰ ਏ ਬਿਗਰ ਵਨ, ਮੈਨੂੰ ਬਹੁਤ ਵਧੀਆ ਹਾਂਜੀ ਲੱਗਦੀ ਹੈ ਇਹ ਕਾਰ, ਹਾਂਜੀ ਮੇਰੀਆਂ ਨੀਡਸ ਪੂਰੀਆਂ ਕਰਦੀ ਹੈਗੀ ਹੈ, ਚਾਹੇ ਮੈਂ ਅਫੋਰਡ ਕਰ ਮਰੂਤੀ ਸਕਦਾ। 800 ਵੀ ਬਹੁਤ ਤੇਜ਼ ਚੱਲਦੀ, ਵੱਡੀਆਂ ਵੱਡੀਆਂ ਕਾਰਾਂ ਨੂੰ ਅਜੇ ਤਾਈਂ ਮਾਤ ਦਿੰਦੀ ਹੈਗੀ ਆ। ਹਾਂਜੀ 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 ਤੇ ਬਾਕੀ ਮੈਂ ਕਿਹਾ ਕਿ ਜਦੋਂ ਤੱਕ ਮੇਰੀ ਆਪਣੀ ਜ਼ਰੂਰਤ ਹੈਗੀ ਹੈ ਕਿ ਮੈਂ ਇਹਦੇ ਨਾਲ ਕੰਫਰਟੇਬਲ ਫੀਲ ਕਰ ਰਿਹਾ, ਬਾਈ ਸ਼ੁੱਡ ਆਈ ਆਸਕ ਫਾਰ ਸਮਥਿੰਗ ਕਿ ਮੈਨੂੰ ਉਹ ਤਾਂ ਦੇਖਣਾ ਹੀ ਨਹੀਂ ਇਸ ਪਾਸੇ ਨੂੰ। ਤਾਂ ਉਸ ਕਰਕੇ ਵੀ ਕਈ ਈਵਨ ਸਾਡੇ ਰਿਸ਼ਤੇਦਾਰ ਵੀ ਕਈ ਵਾਰੀ ਹੁੰਦਾ ਕਿ ਉਹ ਵੀ ਜਦ ਤੁਹਾਨੂੰ ਕੋਈ ਫੰਕਸ਼ਨਾਂ ਦੇ ਵਿੱਚ ਇਸੇ ਕਰਕੇ ਨਹੀਂ ਬੁਲਾਇਆ ਜਾਂਦਾ ਕਿ ਤੁਹਾਡੇ ਕੋਲ ਮਰੂਤੀ 800 ਹੈਗੀ ਹੈ। So that becomes a hurdle in your socialization. ਪਰ ਮੈਂ ਉਸ ਚੀਜ਼ ਨੂੰ ਇਗਨੋਰ ਕਰਦਾ ਰਿਹਾ ਕਿਉਂਕਿ ਸੋਸ਼ਲਾਈਜੇਸ਼ਨ ਜਿਹੜੀ ਹੁੰਦੀ ਹੈ ਉਹ ਤੁਹਾਡੇ ਕੁਆਲਿਟੀਜ਼ ਔਰ ਤੁਹਾਡੀ ਇੱਕ ਪਰਸਨੈਲਿਟੀ ਤੋਂ ਆਪਣੀ ਤੋਂ ਆਉਂਦੀ ਹੈ, ਨਾ ਕਿ ਤੁਹਾਡੀਆਂ ਜਿਹੜੀਆਂ ਚੀਜ਼ਾਂ ਤੇ ਵਸਤਾਂ ਤੁਹਾਡੇ ਆਸੇ-ਪਾਸੇ ਹੈਗੀਆਂ। ਜੇ ਤੁਹਾਨੂੰ ਨੌਲੇਜ ਹੈਗੀ ਹੈ ਤਾਂ ਹਰੇਕ ਬੰਦਾ ਤੁਹਾਨੂੰ ਪੁੱਛੇਗਾ। ਤਾਂ ਹਾਂਜੀ ਮੈਂ ਆਪਣੇ ਆਪ ਨੂੰ ਥੋੜਾ ਅਪਡੇਟਡ ਰੱਖਿਆ। ਤੇ ਨਾਲ ਨਾਲ ਇੱਕ ਦੋ ਗੱਲਾਂ ਦਰਸ਼ਕੋ, ਜਿੰਨਾ ਕੁ ਤਾਂ ਮੈਨੂੰ ਪਤਾ, ਇਹ ਪਿੰਦਰ ਜੀ ਦੀ ਜੋ ਸਰਕਾਰ ਵੱਲੋਂ ਸਕੀਮਾਂ ਹੈਗੀਆਂ, ਗਵਰਨਮੈਂਟ ਆਫ ਇੰਡੀਆ ਵੱਲੋਂ ਐਕਸਪੋਰਟਰਸ ਲਈ, ਇੰਡਸਟਰੀਜ਼ ਲਈ, ਇੱਧਰ ਵਿਦਨ ਇੰਡੀਆ ਉਹਨਾਂ ਨੂੰ ਕੀ ਬੈਨੀਫਿਟ ਹੋ ਸਕਦੇ, ਜਾਂ ਆਊਟਸਾਈਡ ਇੰਡੀਆ ਕਿਤੇ ਕੋਈ ਉਹਨਾਂ ਨੇ ਟ੍ਰੇਡ ਮੇਲੇ ਲਗਾਉਣੇ ਜਾਂ ਹੋਰ ਆ, ਇੱਦਾਂ ਦੀ ਸਾਰੀ ਨੇਚਰ ਆਫ ਜੌਬ ਸੀ। ਜਦੋਂ ਤੁਸੀਂ ਜਲੰਧਰ ਫਿਰ ਰਹੇ ਹੈਗੇ ਕਾਫੀ ਸਾਲ, ਉਦੋਂ ਦੇ ਦੋ ਚਾਰ ਕੋਈ ਇੰਟਰਸਟਿੰਗ ਕਿਸੇ ਜਿਹੜੇ ਤੁਹਾਨੂੰ ਟੈਂਪਟ ਕੀਤਾ ਹੈਗਾ ਵੀ ਤੁਸੀਂ ਪੈਸੇ ਵੈਸੇ ਲਓ, ਸਾਡੇ ਕੰਮਕਾਰ ਕਰੋ, ਲੀਗਲੀ ਇਲੀਗਲੀ ਅਸੀਂ ਸਾਡਾ ਧਿਆਨ ਰੱਖਾਂਗੇ, ਦੋ ਤਿੰਨ ਕਿਸੇ ਕੋਈ ਜੇ ਤੁਸੀਂ ਸ਼ੇਅਰ ਕਰਨੇ ਚਾਹੋ ਸਾਡੇ ਦਰਸ਼ਕਾਂ ਦੇ ਨੌਲੇਜ ਹਾਂਜੀ ਉਹਦੇ ਵਾਸਤੇ? 'ਚ ਕਈ ਵਾਰੀ ਕੇਸ ਹੁੰਦਾ ਸੀ ਭਾਰਤ ਸਾਹਿਬ ਕਿ ਕਈ ਐਕਸਪੋਰਟਰ ਇੱਦਾਂ ਦੇ ਹੁੰਦੇ ਸੀ ਜਿਨ੍ਹਾਂ ਨੇ ਕੁਛ ਹੇਰਾਫੇਰੀ ਕਰਨੀ ਹੁੰਦੀ ਸੀ ਜਾਂ ਕੁਛ ਉਲਟੇ ਸਿੱਧੇ ਕੰਮ ਕੀਤੇ ਹੁੰਦੇ ਸੀ। ਤਾਂ ਜਿਹੜਾ ਸਾਡਾ ਅਸੀਂ ਸਰਟੀਫਿਕੇਟ ਇਸ਼ੂ ਕਰਦੇ ਹੈਗੇ ਐਕਸਪੋਰਟ ਪ੍ਰਮੋਸ਼ਨ ਕਾਉਂਸਲ ਵੱਲੋਂ, ਉਹਨੂੰ RCMC ਕਹਿੰਦੇ ਹਾਂ ਅਸੀਂ, ਰਜਿਸਟ੍ਰੇਸ਼ਨ ਅੱਛਾ ਕਮ ਮੈਂਬਰਸ਼ਿਪ ਸਰਟੀਫਿਕੇਟ। ਉਹਦੇ ਬੇਸ ਅੱਛਾ ਤੇ ਐਕਸਪੋਰਟਰ ਨੂੰ ਉਹਨਾਂ ਦੇ ਜਿਹੜੀ ਐਕਸਪੋਰਟ ਕੀਤੀ ਹੁੰਦੀ ਉਹਦੇ ਉੱਪਰ ਕੁਝ ਬੈਨੀਫਿਟਸ ਮਿਲਦੇ ਸੀਗੇ ਜਿਹੜੇ ਕਿ ਉਹਨਾਂ ਦੇ ਹਿਸਾਬ ਨਾਲ ਕਾਫੀ ਲੱਖਾਂ ਰੁਪਏ 'ਚ ਬਣ ਜਾਂਦੇ ਸੀ। ਅੱਛਾ ਤੇ ਅੱਛਾ ਮੈਨੂੰ ਇੱਕ ਦੋ ਵਾਰ ਕਈ ਇੱਦਾਂ ਦੇ ਐਕਸਪੋਰਟਰ ਨੇ ਅਪਰੋਚ ਕੀਤਾ ਜਿਨ੍ਹਾਂ ਨੇ ਕਿਹਾ ਕਿ ਜੀ ਜੇ ਤੁਸੀਂ ਸਾਨੂੰ ਉਹ ਸਰਟੀਫਿਕੇਟ ਇਸ਼ੂ ਕਰ ਦਿਓ ਤਾਂ ਸਾਡਾ ਬੈਨੀਫਿਟ ਹੋ ਜਾਏਗਾ, ਤਾਂ ਤੁਹਾਡਾ ਵੀ ਨਾਲ ਬੈਨੀਫਿਟ ਹੋ ਜਾਏਗਾ।
ਹਾਂਜੀ ਹਾਂਜੀ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੇਰਾ ਬੈਨੀਫਿਟ ਸਿਰਫ ਠੀਕ ਕੰਮ ਕਰਨ ਨਾਲ ਹੀ ਹੋਣਾ ਹੈਗਾ, ਗਲਤ ਕੰਮ ਕਰਕੇ ਮੇਰਾ ਬੈਨੀਫਿਟ ਨਹੀਂ ਹੋਣਾ। ਜੇ ਤੁਸੀਂ ਕੋਈ ਅਨਡਿਊ ਐਡਵਾਂਟੇਜ ਲੱਭਦੇ ਪਏ ਹੈਗੇ ਹੋ ਇਸ ਤੋਂ, ਤਾਂ ਆਈ ਐਮ ਸੌਰੀ, ਤੁਸੀਂ ਕਿਤੇ ਹੋਰ ਤੋਂ ਕਰਵਾ ਲਓ, ਚਾਹੇ ਮੇਰੇ ਸੀਨੀਅਰਸ ਬੈਠੇ ਨੇ ਦਿੱਲੀ ਬੈਠੇ, ਉਹਨਾਂ ਤੋਂ ਕਰਵਾ ਲਓ। ਉਹ ਇਸ ਮੈਂ ਕਰਕੇ ਨਹੀਂ ਫਿਰ ਉਹ, ਕਰਦੇ। ਹਾਂਜੀ, ਸ਼ੁਰੂ 'ਚ ਮੈਨੂੰ ਆਈ ਦਿੱਕਤ ਹੈ ਬਹੁਤ, ਤੇ ਅੱਛਾ। ਕਿਉਂਕਿ ਉਹਨਾਂ ਨੂੰ ਬਾਅਦ 'ਚ ਮੇਰੀ ਨੇਚਰ ਦਾ ਪਤਾ ਲੱਗ ਗਿਆ ਕਿ ਹਾਂ ਇਹ ਵੀ ਬੰਦਾ ਇਹ ਬੰਦਾ ਗਲਤ ਜਲਦੀ, ਕੰਮ ਕਰਨੇ ਵਾਲਾ ਨਹੀਂ ਹੈਗਾ। ਹਾਂਜੀ ਹਾਂਜੀ, ਇਸ ਤਰ੍ਹਾਂ ਦੇ ਮਤਲਬ ਕਿ ਐਕਸੈਪਟ ਨਹੀਂ ਕਰੇਗਾ ਇਹ, ਤੇ ਫਿਰ ਉਹ ਆਪਣੇ ਆਪ ਹੀ ਪਿੱਛੇ ਹਟ ਗਏ। ਹਾਂਜੀ ਹਾਂਜੀ ਕੋਸ਼ਿਸ਼ ਇਹੀ ਰਹੀ ਕਿ ਜੋ ਸਕੀਮਸ ਗਵਰਨਮੈਂਟ ਵੱਲੋਂ ਆਉਂਦੀਆਂ ਸੀ, ਇੱਕ ਤਾਂ ਹਾਂਜੀ ਹੁੰਦੀ ਸੀ ਹਾਂਜੀ ਕਿ ਜਦੋਂ ਇਹ ਫੋਰਨ ਦੇ ਵਿੱਚ ਪਾਰਟਿਸਿਪੇਟ ਕਰਦੇ ਐਗਜ਼ੀਬਿਸ਼ਨਸ 'ਚ, ਉਹਨਾਂ ਨੂੰ ਉਹਦੀ ਰੀਇੰਬਰਸਮੈਂਟ ਮਿਲਦੀ ਸੀ। ਫਿਰ ਹਾਂਜੀ ਜਿਹੜੇ ਟਰੈਵਲ ਕਰਦੇ ਸੀ ਫੋਰਨ ਜਾ ਕੇ, 2-3 ਦਿਨ ਦਾ ਟ੍ਰਿਪ ਹੁੰਦਾ ਸੀ, ਉਹਦੇ ਵੀ ਪੈਸੇ ਮਿਲ ਜਾਂਦੇ ਸੀ MDA ਅੱਛਾ ਸਕੀਮ ਦੇ ਅੰਡਰ। ਅੱਜ ਕੱਲ੍ਹ ਤਾਂ ਉਹ ਸਕੀਮ ਖੈਰ ਚੇਂਜ ਹੋ ਗਈ ਹੈ, ਹੁਣ ਉਹ ਉਹਨੂੰ MAI ਸਕੀਮ ਕਹਿੰਦੇ ਆ, ਮਾਰਕੀਟ ਐਕਸੈਸ ਇਨੀਸ਼ੀਏਟਿਵ। ਹੁਣ ਅੱਜ ਕੱਲ੍ਹ ਉਹਦੇ ਵਿੱਚ ਉਹ ਰਿੰਬਰਸਮੈਂਟ ਓਨਲੀ ਨਹੀਂ ਮਿਲਦੀ, ਪਰ ਫਿਰ ਵੀ ਕਾਫੀ ਫੈਸਿਲਿਟੀਜ਼ ਹੈਗੀਆਂ ਐਕਸਪੋਰਟਰਸ ਨੂੰ। ਬਾਕੀ ਇੱਕ MEIS ਸਕੀਮ ਹੁੰਦੀ ਹੈ, ਮਰਚੈਂਡਾਈਜ਼ਿੰਗ ਐਕਸਪੋਰਟ ਫਰਮ ਇੰਡੀਆ ਸਕੀਮ, ਜਿਹਦੇ ਵਿੱਚ ਕਿ ਉਹਨਾਂ ਨੂੰ ਇਨਸੈਂਟਿਵ ਮਿਲਦੇ ਆ ਐਕਸਪੋਰਟ ਦੇ ਉੱਤੇ। ਹਾਂਜੀ ਉਹ ਸਾਡੇ ਜਿਹੜਾ ਸਰਟੀਫਿਕੇਟ ਇਸ਼ੂ ਹੁੰਦਾ ਸੀ, ਉਹਦੇ ਅਗੇਂਸਟ ਮਿਲਦੇ ਸੀ। ਤਾਂ ਹਾਂਜੀ ਹਾਂਜੀ ਉਹਦੇ ਵਿੱਚ ਕਈ ਵਾਰੀ ਲੋਕੀ ਆ ਕੇ ਅਨਨੈਸੈਸਰੀ ਇਸ ਚੀਜ਼ ਦਾ ਪ੍ਰੈਸ਼ਰ ਪਾਉਂਦੇ ਸੀ ਕਿ ਤੁਸੀਂ ਇਹ ਕਰਦੇ ਹੋ ਤਾਂ ਸਾਡਾ ਬੈਨੀਫਿਟ ਹੋ ਜਾਏਗਾ, ਤੇ ਤੁਸੀਂ ਉਹ ਬੈਕਡੇਟਸ ਕਰਦੇ ਹੋ, ਫਲਾਣਾ ਕਰਦੇ ਹੋ। ਉਹ ਮੈਂ ਕਦੀ ਕਿਸੇ ਨੂੰ ਇਸ ਤਰ੍ਹਾਂ ਦਾ ਮੌਕਾ ਨਹੀਂ ਦਿੱਤਾ ਕਿ ਕੋਈ ਇਸ ਤਰ੍ਹਾਂ ਦਾ ਪੰਗਾ ਮੇਰੇ ਨਾਲ ਲੈ ਸਕੇ। ਅਦਰਵਾਈਜ਼ ਕਿਉਂਕਿ ਮੇਰੀ ਉਹ ਇੰਟੈਗ੍ਰਿਟੀ ਬਣੀ ਹੋਈ ਸੀ ਜਿਹੜੀ ਕਿ ਮੈਂ ਕਦੀ ਗਲਤ ਕੰਮ ਕਰਨਾ ਹੀ ਨਹੀਂ ਹੈ, ਤਾਂ ਉਸ ਹਾਂਜੀ ਕਰਕੇ ਫਿਰ ਲੋਕਾਂ ਨੂੰ ਹੌਲੀ ਹੌਲੀ ਸਮਝ ਆ ਗਈ, ਤੇ ਫਿਰ ਉਹ ਪਿੱਛੇ ਵੀ ਹਟਦੇ ਗਏ ਹੌਲੀ ਹੌਲੀ। ਅੱਛਾ, ਫਿਰ ਨਹੀਂ ਕਿਸੇ ਨੇ ਤੁਹਾਨੂੰ ਇਸ ਤਰ੍ਹਾਂ ਕਿਹਾ ਵੀ ਮੇਰਾ ਨਜਾਇਜ਼ ਹਾਂਜੀ ਕੰਮ ਕਰਦੇ? ਚਲੋ ਖੈਰ, ਫਿਰ ਤੁਸੀਂ ਕੁਛ ਕੁ ਜੋ ਤੁਹਾਡੇ ਡਿਪਾਰਟਮੈਂਟ ਵਿੱਚ ਉਹ ਇਰੈਗੂਲਰਿਟੀਜ਼ ਹੋ ਰਹੀਆਂ ਸੀ, ਤੁਸੀਂ ਉਹਦੇ ਬਾਰੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਹੈਗਾ ਪੋਰਟਲ ਤੇ ਜਾ ਕੇ ਸ਼ਿਕਾਇਤ ਕੀਤੀਆਂ ਹੈਗੀਆਂ, ਉਹ ਇੰਸੀਡੈਂਸ ਕੀ ਹੈਗਾ ਸਾਡੇ ਦਰਸ਼ਕਾਂ ਨੂੰ ਉਹ ਦੱਸੋ, ਕਿਉਂਕਿ ਇਦਾਂ ਦੀ ਕੰਪਲੇਂਟ ਕਰਨ ਲਈ ਬੜਾ ਕਰੇਜ ਚਾਹੀਦਾ ਹੈਗਾ, ਹੈ ਨਾ, ਬੜਾ ਹੌਸਲੇ ਦੀ ਲੋੜ ਹੈਗੀ ਆ। ਉਹ ਕੀ ਇੰਸੀਡੈਂਸ ਸੀ, ਕਿਵੇਂ ਹੋਇਆ ਉਹ? ਹਾਂਜੀ, ਬਿਲਕੁਲ ਸਹੀ ਗੱਲ ਹੈ ਕਿ ਵਾਕਈ ਉਹਦੇ ਵਾਸਤੇ ਕਾਫੀ ਹੌਸਲਾ ਚਾਹੀਦਾ ਹੈ। ਜਦੋਂ ਤੁਹਾਡੀ ਆਲਰੇਡੀ ਇੱਕ ਸਰਵਿਸ 23-24 ਸਾਲ ਦੀ ਹੋ ਜਾਂਦੀ ਹੈ, ਤਾਂ ਤੁਸੀਂ ਇਹ ਹਾਂਜੀ ਸੋਚਦੇ ਹੋ ਕਿ ਮੈਂ ਇਹ ਪੰਗਾ ਲਵਾਂਗਾ ਤੇ ਮੇਰੇ ਨਾਲ ਕੌਨਸੀਕੁਐਂਸਿਸ ਕੀ ਹੋ ਸਕਦੇ ਅੱਗੇ ਮੇਰੇ। ਚਲੋ ਪਰਸਨਲ ਤਾਂ ਹੋਣੇ ਨਾਲ, ਫੈਮਿਲੀ ਨੂੰ, ਪਲੱਸ ਤੁਹਾਡੇ ਪ੍ਰੋਸਪੈਕਟਸ ਕੀ ਹੋਣਗੇ ਹਾਂ, ਅੱਗੇ ਕਈ ਵਾਰੀ ਫਿਊਚਰ ਸਾਡੀ ਵਾਸਤੇ। ਫੈਮਿਲੀ ਦੀ ਉਹ ਜਿਹੜੀ ਤੁਹਾਡੀ ਇਨਵੋਲਵ ਸਿਕਿਉਰਿਟੀ ਹੈਗੀ ਹੈ, ਇੱਕ ਹਾਂਜੀ ਉਹ ਤੁਹਾਨੂੰ ਇਸ਼ੂ ਬਣ ਜਾਂਦਾ ਹੈਗਾ। ਪਰ ਉਹਦੇ ਹਾਂਜੀ ਵਾਸਤੇ ਹੌਸਲਾ ਜ਼ਰੂਰ ਚਾਹੀਦਾ ਹੈਗਾ। ਮੈਂ ਇਹ ਜਿਹੜਾ ਕੰਪਲੇਂਟ ਕੀਤੀ ਸੀ 2016 ਦੇ ਵਿੱਚ, ਕਿ ਹਾਂਜੀ ਜਿਹੜੀਆਂ ਸਾਡੀਆਂ ਕਿਉਂਕਿ ਮੈਨੂੰ ਕਾਫੀ ਇਨਫੋਰਮੇਸ਼ਨ ਜਿਹੜੀ ਸੀ ਮੇਰੇ ਕੋਲੀਗਸ ਤੋਂ ਮਿਲਦੀ ਰਹਿੰਦੀ ਸੀ ਕਿ ਆਪਣੇ ਇੱਦਾਂ ਨਹੀਂ ਹੋ ਰਿਹਾ, ਉਹ ਹੋ ਰਿਹਾ ਹੈਗਾ, ਇਲੈਕਸ਼ਨਾਂ ਸਹੀ ਨਹੀਂ ਹੋ ਰਹੀਆਂ, ਫੰਡਸ ਜਿਹੜੇ ਆ ਰਹੇ ਹੈਗੇ ਗਵਰਨਮੈਂਟ ਵੱਲੋਂ ਪ੍ਰੋਪਰਲੀ ਯੂਟੀਲਾਈਜ਼ ਨਹੀਂ ਹੋ ਰਹੇ ਹੈਗੇ। ਅੱਛਾ ਜੀ ਮੈਨੂੰ ਕਿਤੇ ਨਾ ਕਿਤੇ ਉਹ ਇੰਕਲਿੰਗ ਮਾਈਂਡ 'ਚ ਰਹਿੰਦੀ ਸੀ ਕਿ ਆਈ ਵਾਂਟਡ ਟੂ ਗਿਵ ਅ ਵੈਂਟ, ਕਿ ਵੀ ਮੈਂ ਉਹ ਚੀਜ਼ਾਂ ਨੂੰ ਐਕਸਪੋਜ਼ ਕਰਾਂ, ਮੈਂ ਦੱਸਾਂ ਕਿਸੇ ਨੂੰ, ਤੇ ਹਾਂਜੀ ਉਹਦਾ ਕੋਈ ਐਕਸ਼ਨ ਵੀ ਹੋਵੇ ਫਰਦਰ, ਉਹਦਾ ਕੋਈ ਇਫੈਕਟ ਹੋਵੇ, ਪੋਜ਼ਿਟਿਵ ਇਫੈਕਟ ਹੋਵੇ, ਕਿ ਜਿਹੜਾ ਹਾਂਜੀ ਆਮ ਐਕਸਪੋਰਟਰ ਵੀ ਹੈਗਾ ਕੋਈ, ਉਹ ਵੀ ਆਪਣਾ ਇਹਨਾਂ ਚੀਜ਼ਾਂ ਦਾ ਬੈਨੀਫਿਟ, ਸਾਰੀਆਂ ਚੀਜ਼ਾਂ ਦਾ ਲੈ ਸਕੇ। ਉਸ ਚੱਕਰ ਹਾਂਜੀ ਦੇ ਵਿੱਚ ਹਾਂਜੀ ਮੈਂ ਉਹ 2016 ਦੇ ਵਿੱਚ ਉਹ ਲਿਖੀ ਇੱਕ PG ਪੋਰਟਲ ਦੇ ਉੱਪਰ, ਜਿਹੜਾ ਕਿ ਪਬਲਿਕ ਗ੍ਰੀਵੈਂਸਸ ਪੋਰਟਲ ਹੈਗਾ ਪ੍ਰਾਈਮ ਮਿਨਿਸਟਰ ਹਾਂਜੀ ਦਾ। ਹਾਂਜੀ ਉਹਦੇ ਹਾਂਜੀ 'ਚ ਲੌਗਇਨ ਕਰਕੇ ਬਕਾਇਦਾ ਮੈਂ ਉਹ ਫਾਈਲ ਕੀਤਾ ਕਿ ਵੀ ਇਸ ਤਰ੍ਹਾਂ ਕਰਕੇ ਕੁਝ ਹੋ ਰਿਹਾ ਹੈਗਾ ਸਾਡੇ ਕੌਂਸਲ ਦੇ ਵਿੱਚ, ਤੇ ਕੁਝ ਇੱਕੋ ਹੀ ਫੈਮਿਲੀ ਹੈਗੀ ਜਿਹੜੀ ਕਿ ਕਾਫੀ ਦੇਰ ਤੋਂ ਕਾਬਜ਼ ਹੈ ਇਹਦੀ ਵਾਰ-ਵਾਰ ਸੱਤਾ, ਹੈਗੀ। ਹਾਂਜੀ ਵਾਰ-ਵਾਰ ਉਹੀ ਇਲੈਕਟ ਹੋ ਕੇ ਆ ਰਹੇ ਨੇ, ਉਹਨਾਂ ਦੀ ਫੈਮਿਲੀ 'ਚੋਂ ਆ ਰਹੇ ਨੇ, ਜਾਂ ਉਹਨਾਂ ਦੇ ਯਾਰ ਦੋਸਤ ਕੋਈ ਮਿੱਤਰ ਹੈਗੇ ਜਿਹੜੇ ਕਲੋਜ਼ ਫਰੈਂਡਸ ਹੈਗੇ ਉਹੀ ਆ ਰਹੇ ਨੇ। ਉਹਦੇ ਨਾਲ ਕੀ ਹਾਂਜੀ ਹੈ ਹਾਂਜੀ ਕਿ ਦੂਸਰੇ ਜੈਨੂਅਨ ਐਕਸਪੋਰਟਰ ਨੂੰ ਮੌਕਾ ਨਹੀਂ ਮਿਲ ਰਿਹਾ ਸੀ ਉਹਦੇ 'ਚ ਐਂਟਰ ਹੋਣ ਦਾ। ਇੱਕ ਕਮੇਟੀ ਹੁੰਦੀ ਹੈ ਸਾਡੇ, ਐਕਚੁਅਲੀ ਕੀ ਹੈ ਸਿਸਟਮ EPC ਦੇ ਵਿੱਚ, ਕਿ ਇੱਕ ਤਾਂ ਐਡਮਿਨਿਸਟ੍ਰੇਸ਼ਨ ਬੋਡੀ ਹੈ ਸਾਡੀ ਜਿਹੜੀ ਆਪਣੇ ਆਫਿਸਰਸ ਹੈਗੇ ਆ, ਇੱਕ ਹੈਗੇ ਇਲੈਕਟਡ ਮੈਂਬਰਸ ਆਫ ਦਾ ਐਕਸਪੋਰਟਰਸ। ਅੱਛਾ ਅੱਛਾ ਉਹ ਬੈਨੀਫਿਟ ਉਹਨਾਂ ਨੂੰ ਇਹ ਹੁੰਦਾ ਐਕਸਪੋਰਟਰ ਸਾਈਡ ਨੂੰ ਕਿ ਵੀ ਤੁਸੀਂ ਆਪਣਾ ਜੋ ਵਿਚਾਰ ਰੱਖਣਾ ਹੈਗਾ, ਤੁਸੀਂ ਕੋਈ ਇਨਸੈਂਟਿਵ ਲੈਣੇ ਆ, ਕੋਈ ਬੈਨੀਫਿਟ ਗਵਰਨਮੈਂਟ ਕੋਲੋਂ ਲੈਣੇ ਆ, ਅਸੀਂ ਉਹ ਗਵਰਨਮੈਂਟ ਨੂੰ ਕਨਵੇ ਕਰੀਏ ਤੇ ਗਵਰਨਮੈਂਟ ਤੁਹਾਨੂੰ ਉਹ ਚੀਜ਼ਾਂ ਤੁਹਾਡੇ ਵਾਸਤੇ ਦੇਵੇ। ਪਰ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਇਲੈਕਟਡ ਬਣ ਹੋ ਜਾਂਦੇ ਆ, ਆਫਿਸ ਬੀਅਰਰਸ ਹੁੰਦੇ ਆ, ਉਹ ਕੀ ਕਰਦੇ ਹੈਗੇ, ਅਨਡਿਊ ਐਡਵਾਂਟੇਜ ਲੈਣ ਲੱਗ ਪੈਂਦੇ ਹੈਗੇ ਆ, ਉਹਨੂੰ ਕੰਟਰੋਲ ਕਰਨਾ ਉਹ ਸ਼ੁਰੂ ਚਾਹੁੰਦੇ ਕਰ। ਹਨ ਵੀ ਉਹਨਾਂ ਦਾ ਹੀ ਬੈਨੀਫਿਟ ਮਿਲੇ, ਅਗਾਰ ਕਿਤੇ ਲੀਕ ਆਊਟ ਨਾ ਹੋਵੇ ਉਹ ਬੈਨੀਫਿਟ, ਇਹੋ ਹਾਂਜੀ, ਕਹਿਣਾ ਉਹ ਕਈ ਚਾਹੁੰਦੇ ਆ। ਚੀਜ਼ਾਂ ਇਦਾਂ ਦੀਆਂ ਕਰਦੇ ਹੈਗੇ ਆ। ਉਹ ਚੀਜ਼ਾਂ ਨੂੰ ਹਾਂਜੀ ਥੋੜਾ, ਮੈਨੂੰ ਇਸ ਚੀਜ਼ ਦਾ ਥੋੜਾ ਰਿਹਾ ਹੈਗਾ ਸ਼ਿਕਵਾ ਕਿ ਵੀ ਮੈਂ ਉਹ ਸਾਰੇ ਐਕਸਪੋਰਟਰਸ ਬਰਾਬਰ ਹੈਗੇ ਨੇ ਸਾਡੇ ਲਈ, ਤਾਂ ਜਿਹੜਾ ਮੈਂਬਰ ਹੈ EPC ਦਾ ਉਹਨੂੰ ਉਹ ਬੈਨੀਫਿਟ ਮਿਲਣਾ ਹੀ ਚਾਹੀਦਾ। ਉਹਨਾਂ ਨੂੰ ਇਨਫੋਰਮੇਸ਼ਨ ਸਾਰੀ ਮਿਲਣੀ ਚਾਹੀਦੀ, ਕਿਸੇ ਨੇ ਵੇਲ ਕਰਨਾ ਕਰੇ, ਨਹੀਂ ਕਰਨਾ ਨਾ ਕਰੇ। ਹਾਂਜੀ ਹਾਂਜੀ,
ਉਸ ਚੱਕਰ 'ਚ ਫਿਰ ਮੈਂ ਉਹ ਸਾਰੀ ਡਿਟੇਲ ਜਿਹੜੀ ਸੀਗੀ ਉਹ ਪੀਜੀ ਪੋਰਟਲ ਤੇ ਪਾਈ ਕਿ ਵੀ ਸਾਡੇ ਇਸ ਤਰ੍ਹਾਂ ਫੰਡਸ ਜਿਹੜੇ ਹੈ ਉਹ ਕਿਤੇ ਨਾ ਕਿਤੇ ਮਿਸਯੂਟੀਲਾਈਜ਼ ਹੋ ਰਹੇ ਆ। ਪਲੱਸ ਜਿਹੜੇ ਬੰਦੇ ਆਲਰੇਡੀ ਵਾਰੀ-ਵਾਰੀ ਇਲੈਕਟ ਹੋ ਕੇ ਵਾਪਸ ਉਹਨਾਂ ਸੀਟਾਂ ਤੇ ਆ ਰਹੇ ਹੈਗੇ ਆ, ਇਹਦੇ ਵਿੱਚ ਕੁਝ ਮੈਨੀਪੂਲੇਸ਼ਨ ਹੋ ਰਹੀ ਹੈ ਇਲੈਕਸ਼ਨਾਂ ਦੇ ਵਿੱਚ, ਇਹ ਵੀ ਚੈੱਕ ਕੀਤੀ ਜਾਵੇ, ਇਹਨੂੰ ਟਰਾਂਸਪੇਰੈਂਟ ਬਣਾਇਆ ਜਾਵੇ। ਤਾਂ ਹਾਂਜੀ ਉਸ ਹਾਂਜੀ ਚੱਕਰ ਦੇ ਵਿੱਚ ਫਿਰ ਗਵਰਨਮੈਂਟ ਨੇ ਕਾਫੀ ਉਹ ਅੱਗੇ ਉਹਦਾ ਐਕਸ਼ਨ ਹੋਇਆ। ਤਾਂ ਅੱਜ ਅੱਛਾ ਕੱਲ੍ਹ ਉਹ ਸਾਰੀਆਂ ਜਿੰਨੀਆਂ ਵੀ ਇਲੈਕਸ਼ਨ ਹੈਗੀਆਂ, ਨਾਟ ਓਨਲੀ EEPC, ਸਾਰੀਆਂ ਕਾਉਂਸਲਸ ਜਿਹੜੀਆਂ ਆਪਣੀਆਂ 18 ਵਾਲੀ ਕਾਉਂਸਲ ਹੈਗੀਆਂ ਉਹਨਾਂ ਦੇ ਵਿੱਚ ਸਾਰੀਆਂ ਦੇ ਵਿੱਚ ਹੀ ਇਲੈਕਟ੍ਰੋਨਿਕ ਵੋਟਿੰਗ ਹੋ ਤਾਂ ਗਈ ਹੈ। ਉਹ ਜੋ ਤੁਹਾਡੀਆਂ ਸੁਜੈਸ਼ਨ ਸੀ ਮਤਲਬ ਗਵਰਨਮੈਂਟ ਨੇ ਉਹ ਇੰਪਲੀਮੈਂਟ ਕਰਨੀਆਂ ਪਈਆਂ ਮਤਲਬ। ਹਾਂਜੀ ਆਲਰੇਡੀ, ਕਿਉਂਕਿ ਉਹ ਵੈਸੇ ਤਾਂ ਗਈਆਂ ਹੋਈਆਂ ਸੀ ਗਵਰਨਮੈਂਟ ਕੋਲੇ ਕਿਸੇ ਨਾ ਕਿਸੇ ਵੇ ਆਊਟ ਦੇ ਇੱਧਰੋਂ ਉੱਧਰੋਂ ਕਰਕੇ, ਪਰ ਉਹ ਇੰਪਲੀਮੈਂਟ ਨਹੀਂ ਸੀ ਹੋ ਰਹੀਆਂ। ਤਾਂ ਹਾਂਜੀ ਉਹ ਹਾਈਲਾਈਟ ਕਰਨ ਤੋਂ ਬਾਅਦ ਥੋੜਾ ਜਿਹਾ ਉਹਦਾ ਇਫੈਕਟਿਵ ਹੋਇਆ ਕਿ ਉਹ ਇੰਪਲੀਮੈਂਟ ਹੋ ਗਈਆਂ। ਉਹਦੇ ਹਾਂਜੀ ਨਾਲ ਥੋੜੀ ਟਰਾਂਸਪੇਰੈਂਸੀ ਆਈ ਕਿ ਪਹਿਲਾਂ ਉਹ ਬੈਲਟ ਪੇਪਰਸ ਹੁੰਦੇ ਸੀ ਜਿਹੜੇ ਉਹ ਹਾਰਡ ਕਾਪੀ ਭੇਜੀ ਜਾਂਦੀ ਸੀ ਬਾਈ ਪੋਸਟ, ਨੂੰ ਕਿਤੇ ਮਿਲਦੀ ਸੀ ਕਿਸੇ ਨੂੰ ਨਹੀਂ ਮਿਲਦੀ ਸੀ, ਉਹ ਹਾਂਜੀ ਰਿਗਿੰਗ ਵਗੈਰਾ ਦੇ ਚਾਂਸਸ ਉਹ 'ਚ ਬਹੁਤ ਜ਼ਿਆਦਾ ਸੀਗੇ। ਜਦੋਂ ਕਿ ਹਾਂਜੀ ਇਲੈਕਟ੍ਰੋਨਿਕ ਵੋਟਿੰਗ ਹੋ ਗਈ ਹੈ ਤਾਂ ਉਹਦੇ ਨਾਲ ਕਾਫੀ ਘਟ ਗਏ ਆ, ਖਤਮ ਤਾਂ ਨਹੀਂ ਹੋਏ, ਹੂੰ ਘਟ ਗਏ ਆ। ਹਾਂ ਤੇ ਸਮਝਿਆ ਸਮਝ। ਹਾਂਜੀ ਉਹਦੇ ਵਿੱਚ ਵੀ ਹਜੇ ਫਰਦਰ ਸਕੋਪ ਹੈਗਾ ਕਿ ਇਹਨੂੰ ਹੋਰ ਰਿਫਾਈਨ ਕੀਤਾ ਜਾ ਸਕਦਾ ਹੈ, ਇਹਨੂੰ ਹੋਰ ਹੂੰ ਵਧੀਆ ਟਰਾਂਸਪੇਰੈਂਟ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਪਰ ਇਟਸ ਬੈਟਰ ਦੈਨ ਬਿਫੋਰ, ਕਿ ਅੱਗੇ ਨੂੰ ਕਾਫੀ ਇਹ ਇੰਪਰੂਵਮੈਂਟ ਹੈ। ਤਾਂ ਕੁਦਰਤੀ ਜੀ ਜਿਵੇਂ ਮੰਨ ਲਓ ਤੁਸੀਂ ਇਦਾਂ ਦਾ ਸਟੈਪ ਲਿਆ, ਆਮ ਭਾਸ਼ਾ ਵਿੱਚ ਜਿਹੜਾ ਮੀਟ ਮੁਰਗੇ ਨਾਲ ਰੋਟੀ ਖਾਂਦਾ ਉਹਨੂੰ ਮਸਰਾਂ ਦੀ ਦਾਲ ਤੇ ਲਾਇਆ, ਫਿਰ ਉਹ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਕਰਨਾ ਚਾਹੁੰਦਾ, ਇੱਕ ਲੌਬੀ ਕ੍ਰੀਏਟ ਹੋ ਜਾਂਦੀ ਆਊਟਸਾਈਡ ਯੂਅਰ ਆਫਿਸ ਐਂਡ ਵਿਦਨ ਜਿਹੜਾ ਤੁਹਾਡੇ ਜਿਹੜਾ ਸਰਕਾਰੀ ਤੰਤਰ ਦੇ ਵਿੱਚ। ਫਿਰ ਇਸ ਤਰ੍ਹਾਂ ਦੀ ਕੋਈ ਲੌਬੀ ਵੀ ਤੁਹਾਡੇ ਖਿਲਾਫ ਹੋਈ, ਕਿਵੇਂ ਉਹਨੂੰ ਫਿਰ ਸਰਵਾਈਵ ਕੀਤਾ ਤੁਸੀਂ? ਬਿਲਕੁਲ ਜੀ, ਐਕਚੁਅਲੀ ਜਿਹੜੀ ਮੇਰੀ ਟ੍ਰਾਂਸਫਰ ਹੋਈ ਹੈ ਇੱਥੋਂ ਦਿੱਲੀ, ਉਹ ਵੀ ਇਹ ਪਾਰਟ ਐਂਡ ਪਾਰਸਲ ਆਫ ਦਿਸ ਸੇਮ ਸਟੋਰੀ। ਕਿਉਂਕਿ ਅੱਛਾ ਮੈਨੂੰ ਜੋ ਨਾਰਮਲੀ ਕੀ ਹੁੰਦਾ ਹੈ ਕਿ ਮੇਰੇ 4 ਸਾਲ ਸਰਵਿਸ ਤੇ ਜਿੱਦਾਂ ਰਹਿੰਦੇ ਹੈਗੇ ਨੇ, ਹਰੇਕ ਆਫਿਸ ਦਾ ਲਾਸਟ ਇਹ ਈਅਰ ਤੇ ਕਰਦੇ ਨਹੀਂ ਟ੍ਰਾਂਸਫਰ ਜਿੱਥੇ ਕੋਈ ਆਫਿਸਰ ਬੈਠਾ ਹੈਗਾ। ਹਾਂਜੀ ਹੁਣ 23 ਸਾਲ ਦਾ ਜਦੋਂ ਮੈਂ ਆਲਰੇਡੀ ਕੰਮ ਕਰ ਰਿਹਾ ਹੈਗਾ ਤੇ ਉਹਦੇ ਮੈਨੂੰ ਨੌਲੇਜ ਹੈ ਏਰੀਏ ਦੀ, ਮੈਂ ਉਹਨੂੰ ਵਧੀਆ ਡਿਵੈਲਪ ਕਰ ਸਕਦਾ। ਤੁਸੀਂ ਮੈਨੂੰ ਉੱਥੋਂ ਹਾਂਜੀ ਉਠਾ ਕੇ ਇੱਕ ਦਿੱਲੀ ਆਫਿਸ ਦੇ ਵਿੱਚ ਬਣਾ ਦਿੰਦੇ ਹੋ ਜਿੱਥੇ ਕਿ ਤੁਹਾਡੇ ਕੋਲ ਇੱਕ ਛੋਟਾ ਪੋਰਟਫੋਲੀਓ ਹੈਗਾ ਜਿਹਨੂੰ ਤੁਸੀਂ ਆਪਣੇ ਲੈਵਲ ਤੇ ਜਿੰਨਾ ਕੁ ਐਕਸਪਲੋਇਟ ਕਰ ਸਕਦੇ ਹੈਗੇ ਹੋ, ਜੋ ਤੁਹਾਡੇ ਆਪਣੇ ਲਿੰਕਸ ਹੈਗੇ ਆ। ਪਰ ਹਾਂਜੀ ਹਾਲਾਂਕਿ ਇੱਥੇ ਵੀ ਵਧੀਆ ਮੈਂ ਕੰਮ ਕਰ ਸਕਦਾ ਦਿੱਲੀ 'ਚ ਬਹਿ ਕੇ ਵੀ, ਪਰ ਇੱਕ ਆਪਣੇ ਘਰ ਤੋਂ ਦੂਰ, ਕਿਉਂਕਿ ਵਾਈਫ ਮੇਰੀ ਸ਼ੀ ਇਜ਼ ਅ ਟੀਚਰ, ਗਵਰਨਮੈਂਟ ਟੀਚਰ ਹੇਅਰ ਇਨ ਪੰਜਾਬ। ਤਾਂ ਮੈਂ ਹੈਗਾ ਤੇ ਇੱਕ ਮੇਰੀ ਡਾਟਰ ਹੈ, ਉਹ ਅਸੀਂ ਤਿੰਨੋਂ ਜਾਣੇ ਮਿਲ ਕੇ ਅਲੱਗ-ਅਲੱਗ ਹੋ ਗਏ। ਉਹ ਬੰਬੇ ਪੋਸਟਡ ਹੈਗੀ ਹੈ, ਮੈਂ ਇੱਥੇ ਦਿੱਲੀ ਹੈਗਾ, ਤੇ ਵਾਈਫ ਜਲੰਧਰ। ਤਾਂ ਉਹ ਸਾਰੀ ਤਿੰਨ ਮੈਂਬਰ ਹੈ ਫੈਮਿਲੀ, ਤੇ ਸਮਝੋ ਤਿੰਨ ਅਲੱਗ-ਅਲੱਗ ਘਰ ਆ ਮਤਲਬ ਆਪਰੇਟ ਹਾਂਜੀ ਉਹ ਕਰਦੇ। ਡਿਸਲੋਕੇਟ ਹੋ ਜਾਂਦਾ ਬੰਦਾ ਤਾਂ ਫਿਰ ਉਹਦੇ ਨਾਲ ਕਾਫੀ ਖਰਚੇ ਵੀ ਵੱਧਦੇ ਆ, ਪਲੱਸ ਇਨਕਨਵੀਨੀਅੰਸ ਵੀ ਹੁੰਦਾ ਹੈ, ਪਲੱਸ ਤੁਹਾਡੀ ਜਿਹੜੀ ਇੱਕ ਮਾਈਂਡ ਜਿਹੜਾ ਹੈਗਾ ਉਹ ਉਸ ਤਰ੍ਹਾਂ ਨਾਲ ਵਰਕ ਨਹੀਂ ਕਰ ਪਾਉਂਦਾ ਫ੍ਰੀਲੀ ਕਿ ਵੀ ਤੁਸੀਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਕੇ ਇੱਕ ਸੋਚੋ ਕਿ ਵੀ ਹਾਂ ਮੈਂ ਇਹ ਕੰਮ ਪ੍ਰੋਪਰਲੀ ਕਰਨਾ ਹੈਗਾ। ਹੁਣ ਉੱਥੇ ਹਾਂਜੀ ਕੀ ਹੁੰਦਾ ਕਿ ਤੁਸੀਂ ਆਪਣੀ ਸਰਵਾਈਵਲ ਵਾਸਤੇ ਤੁਸੀਂ ਆਪਣਾ ਖਾਣਾ ਪੀਣਾ ਸਭ ਉਹਦਾ ਵੀ ਦੇਖਣਾ ਹੈਗਾ, ਪਲੱਸ ਕਿਉਂਕਿ ਇੱਕ ਘਰ ਐਕਸਟਰਾ ਬਣਾਉਣਾ ਪੈਂਦਾ ਤੁਹਾਨੂੰ ਦਿੱਲੀ ਜਾਂਦੇ ਹੋ ਤਾਂ ਵਾਈਫ ਉੱਥੇ ਜਾ ਨਹੀਂ ਸਕਦੇ ਕਿਉਂਕਿ ਉਹ ਵੀ ਗਵਰਨਮੈਂਟ ਟੀਚਰ ਹੈਗੇ ਨੇ, ਸ਼ੀ ਇਜ਼ ਪੋਸਟਡ ਇਨ ਜਲੰਧਰ। ਡਾਟਰ ਹੈਗੀ ਆ ਉਹ ਬੰਬੇ ਹੈਗੀ ਆ, ਸ਼ੀ ਕੈਨ ਆਲਸੋ ਕਮ। ਤਾਂ ਇਸ ਤਰ੍ਹਾਂ ਕਰਕੇ ਉਹਨੂੰ ਤਿੰਨੇ ਅਸੀਂ ਅਲੱਗ-ਅਲੱਗ ਇਸ ਤਰ੍ਹਾਂ ਹੋ ਗਏ ਬਿਕੋਜ਼ ਆਫ ਦਿਸ ਟ੍ਰਾਂਸਫਰ। ਅਸੀਂ ਜੇ ਘੱਟੋ ਘੱਟ ਮੈਂ ਜਲੰਧਰ ਹੁੰਦਾ ਤਾਂ ਮੈਂ ਇੱਥੇ ਹੋਰ ਜ਼ਿਆਦਾ ਵਧੀਆ, ਇੱਥੇ ਪ੍ਰਮੋਸ਼ਨ ਮੈਨੂੰ ਦਿੱਤੀ ਜਾਂਦੀ। ਹਾਲਾਂਕਿ ਮੈਨੂੰ ਕਿਹਾ ਗਿਆ ਸੀਗਾ ਕਿ ਤੈਨੂੰ ਪ੍ਰਮੋਸ਼ਨ ਦਿੱਤੀ ਜਾਏਗੀ ਦਿੱਲੀ ਜਾਣਾ ਤਾਂ ਤੂੰ ਮਾਰਚ ਦੇ ਵਿੱਚ, ਪਰ ਉਹ ਕਹਿ ਲਓ ਤੁਸੀਂ ਅਨਫੋਰਚੂਨੇਟਲੀ ਕੋਵਿਡ ਦਾ ਉਦੋਂ ਚੱਕਰ ਪੈ ਗਿਆ ਵਿੱਚ, ਤੇ ਹੁਣ ਉਹ ਅੱਛਾ ਕਿਹਾ ਜਾ ਰਿਹਾ ਹੈਗਾ ਕਿ ਸ਼ਾਇਦ ਜੀ ਬਾਕੀਆਂ ਨੂੰ ਦਿੱਤੀ ਗਈ ਪ੍ਰਮੋਸ਼ਨ ਤਾਂ ਤੁਹਾਨੂੰ ਵੀ ਸ਼ਾਇਦ ਨਾਲ ਨਹੀਂ ਦਿੱਤੀ ਜਾਏਗੀ। ਜਦੋਂ ਕਿ ਮੈਨੂੰ ਲੈ ਕੇ ਜਾਣ ਦਾ ਏਜੰਡਾ ਸਿਰਫ ਇਹੀ ਸੀਗਾ ਕਿ ਤੁਹਾਡੀ ਪ੍ਰਮੋਸ਼ਨ ਕਰਕੇ ਤੁਹਾਨੂੰ ਇੱਕ ਜ਼ਿਆਦਾ ਵੱਡਾ ਐਵਨਿਊ ਦੇ ਰਹੇ ਹਾਂ ਅਸੀਂ ਦਿੱਲੀ ਦੀ ਜਾ ਕੇ, ਉੱਥੇ ਤੁਸੀਂ ਜ਼ਿਆਦਾ ਵਧੀਆ ਆਪਣੀਆਂ ਜਿਹੜੀਆਂ ਸਰਵਿਸਿਜ਼ ਯੂਟੀਲਾਈਜ਼ ਤੁਹਾਡੀਆਂ ਹੋ ਸਕਦੀਆਂ ਹੈਗੀਆਂ। ਇੱਥੇ ਤੁਸੀਂ ਹਾਂਜੀ ਸਿਰਫ ਹਾਂਜੀ ਪੰਜਾਬ ਸਟੇਟ 'ਚ ਹੀ ਕੰਮ ਕਰ ਰਹੇ ਹੈਗੇ, ਉੱਥੇ ਤੁਹਾਨੂੰ ਇੱਕ ਵੱਡਾ ਪਲੇਟਫਾਰਮ ਦੇ ਰਹੇ ਹੈਗੇ ਆ। ਹਾਲਾਂਕਿ ਕਿ ਮੈਂ ਕੋਸ਼ਿਸ਼ ਕਰ ਰਿਹਾ ਆਪਣੇ ਲੈਵਲ ਤੇ, ਜਿੱਦਾਂ ਕਿ ਲੋਕਾਂ ਦੀਆਂ ਕੁਝ ਪੇਮੈਂਟਸ ਜਿਹੜੀਆਂ ਬਾਹਰ ਫਸੀਆਂ ਹੋਈਆਂ ਫੋਰਨ ਦੇ ਵਿੱਚ, ਉਹਨਾਂ ਨੂੰ ਮੈਂ ਆਪਣੇ ਲੈਵਲ ਤੇ ਕੰਟੈਕਟ ਕਰਕੇ ਜਾਂ ਲੋਕਾਂ ਦੀਆਂ ਜੋ ਪ੍ਰੋਬਲਮ ਮੇਰੇ ਕੋਲ ਆ ਰਹੀਆਂ ਉਹਨਾਂ ਨੂੰ ਮੈਂ ਸੋਲਵ ਕਰਦਾ ਐਮਬੈਸੀਜ਼ ਨੂੰ ਮਿਲ ਕੇ। ਕਾਫੀ ਬੰਦਿਆਂ ਦੇ ਹਾਂਜੀ ਪੈਸੇ ਨਿਕਲਾਏ ਵੀ ਹੈ, ਪਰ ਉਹਦਾ ਹਜੇ ਅੱਛਾ ਤੱਕ ਜਿਹੜਾ ਰਿਸਪੌਂਸ ਆ ਜ਼ਿਆਦਾ ਮੈਨੂੰ ਇੱਧਰੋਂ ਪੰਜਾਬ ਸਾਈਡ ਤੋਂ ਹੀ ਆਇਆ ਹੈਗਾ। ਅੱਛਾ ਅੱਛਾ ਹਾਂਜੀ ਹਾਂਜੀ ਕੁਛ ਇੱਕ ਦੋ ਕੰਪਨੀਆਂ ਹੈਗੀਆਂ ਜਿਹੜੀਆਂ ਰੈਸਟ ਆਫ ਇੰਡੀਆ ਹੋਣਗੀਆਂ, ਬਾਕੀ 5-6 ਕੇਸ ਜਿਹੜੇ ਹੈਗੇ ਨੇ ਉਹ ਸਿਰਫ ਇੱਧਰਲੇ ਏਰੀਏ ਦੇ ਹੀ ਨੇ। ਤਾਂ ਜਿਹੜੇ ਕਿ ਈਵਨ ਕੋਵਿਡ ਤੋਂ ਬਾਅਦ ਵੀ ਜਿਹੜੇ ਲੋਕਾਂ ਦੀਆਂ ਪੇਮੈਂਟਸ ਹੁਣ ਜਿਸ ਤਰ੍ਹਾਂ ਆਰਡਰ ਬਾਹਰ ਕੈਂਸਲ ਹੋ ਗਏ, ਜਾਂ ਜਿਨ੍ਹਾਂ ਨੇ ਮਾਲ ਵਾਸਤੇ ਪੈਸੇ ਦਿੱਤੇ ਹੋਏ ਸੀ ਉਹਨਾਂ ਨੂੰ ਮਾਲ ਵਾਪਸ ਨਹੀਂ ਮਿਲਿਆ ਹੈਗਾ,
ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਾਫੀ ਐਕਸਪੋਰਟਰਸ ਨੂੰ ਸਾਹਮਣਾ ਕਰਨਾ ਪਿਆ ਦਿੱਕਤਾਂ ਦਾ। ਉਹ ਮੈਂ ਆਪਣੇ ਲੈਵਲ ਤੇ ਕੋਸ਼ਿਸ਼ ਕਰਦਾ ਪਿਆ, ਪਰ ਇੱਕ ਜੇ ਮਾਈਂਡ ਤੁਹਾਡਾ ਇੱਧਰ ਨੂੰ ਹੋਵੇ ਕਿ ਤੁਸੀਂ ਆਪਣਾ ਟਿਕ ਕੇ ਕੰਮ ਕਰ ਰਹੇ ਹੈਗੇ ਹੋ, ਇੱਕ ਪੀਸਫੁਲ ਮਾਈਂਡ ਹੋਣਾ ਚਾਹੀਦਾ ਹੈਗਾ ਕੋਈ ਵੀ ਕੰਮ ਕਰਦੇ ਹੋ, ਤਾਂ ਉਹਦੇ ਵਾਸਤੇ ਇਹ ਜ਼ਰੂਰੀ ਸੀਗਾ ਕਿ ਮੇਰੀ ਉਹ ਪ੍ਰਮੋਸ਼ਨ ਇੱਥੇ ਕੀਤੀ ਜਾਂਦੀ ਜਲੰਧਰ ਦੇ ਵਿੱਚ। ਤਾਂ ਉਹ ਮੈਨੂੰ ਇੱਕ ਹੋਰ ਗੱਲ ਦੱਸੋ, ਕਦੀ ਇਹ ਤੁਹਾਡੇ ਜਿਹੜੇ ਸੀਨੀਅਰਸ ਹੈਗੇ ਆ ਤੁਹਾਡੀ ਮਿਨਿਸਟਰੀ ਦੇ, ਇਹਨਾਂ ਵੱਲੋਂ ਕੋਈ ਤੁਹਾਨੂੰ ਪ੍ਰੈਸ਼ਰ ਨਾਲ ਜਾਂ ਪਰਸੂਏਟ ਕਰਕੇ ਇਹ ਵੀ ਕੀਤਾ ਗਿਆ ਵੀ ਤੁਸੀਂ ਇਹ ਕੰਪਲੇਂਟਸ ਜਿਹੜੀਆਂ ਵਿਦਡਰਾ ਕਰ ਲਓ ਜਾਂ ਕੁਝ ਸਾਡੇ ਨਾਲ ਕੰਪਰੋਮਾਈਜ਼ ਕਰ ਲਓ, ਇੱਕ ਸਮਥਿੰਗ ਲਾਈਕ ਦੈਟ, ਜਾਂ ਤੁਹਾਨੂੰ ਕਿਤੇ ਇੰਟੈਂਗਲ ਕਰਨੇ ਦੀ ਕੋਸ਼ਿਸ਼ ਕੀਤੀ ਹੋਵੇ? ਹਾਂਜੀ, ਇਹਦੇ 'ਚ ਖੈਰ ਮੇਰੀਆਂ ਪ੍ਰੋਬਲਮਸ ਉਦੋਂ ਸ਼ੁਰੂ ਹੋ ਗਈਆਂ ਸੀ 2016 'ਚ, ਕਿਉਂਕਿ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪੀਜੀ ਪੋਰਟਲ ਦੇ ਵਿੱਚ ਵੀ ਟਰਾਂਸਪੇਰੈਂਸੀ ਨਹੀਂ ਹੈ। ਉਹਦੇ ਵਿੱਚ ਵੀ ਜਦੋਂ ਤੁਸੀਂ ਹਾਂਜੀ ਡਿਪਾਰਟਮੈਂਟ ਨੂੰ ਮਾਰਕ ਕਰਦੇ ਹੋ, ਫਿਰ ਡਿਪਾਰਟਮੈਂਟ ਅੱਗੇ ਉਹਨੂੰ ਕਿੰਨਾ ਟਰਾਂਸਪੇਰੈਂਟ ਰੱਖ ਸਕਦਾ ਹੈਗਾ ਉਹਦੀ ਕੰਪਲੇਂਟ ਨੂੰ, ਕਿਉਂਕਿ ਅਲਟੀਮੇਟਲੀ ਜਿਹਦੇ ਅਗੇਂਸਟ ਕੰਪਲੇਂਟ ਹੈਗੀ ਉਹਨੂੰ ਤਾਂ ਤੁਸੀਂ ਦੱਸੋਗੇ ਜਾ ਕੇ ਵੀ ਕੰਪਲੇਂਟ ਕਿੱਥੋਂ ਆਈ ਹੈ। ਤਾਂ ਉਹ ਮੈਨੂੰ ਫਿਰ 2016 ਤੋਂ ਇਹਦੇ ਵਿੱਚ ਦੋ ਆਪਸ਼ਨ ਹੁੰਦੀਆਂ ਵੀ ਤੁਸੀਂ ਆਪਣੀ ਆਇਡੈਂਟੀਟੀ ਡਿਸਕਲੋਜ਼ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ। ਮੈਂ ਸਰ ਐਕਚੁਅਲੀ ਉਹੀ ਗੱਲ ਆ ਜਾਂਦੀ ਹੈ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਕਿਉਂਕਿ ਪੰਜਾਬੀ ਹੋਣ ਕਰਕੇ ਆਪਾਂ ਫੇਸ ਲੁਕੋ ਕੇ ਪਿੱਛੋਂ ਦੀ ਲੁਕ ਕੇ ਬਾਤ ਨਹੀਂ ਕਰ ਸਕਦੇ। ਤਾਂ ਆਪਣੀ ਕੋਸ਼ਿਸ਼ ਇਹੀ ਸੀਗੀ ਕਿ ਮੈਂ ਆਪਣੀ ਆਇਡੈਂਟੀਟੀ ਦੱਸ ਕੇ ਸਾਰਾ ਫੋਨ ਨੰਬਰ, ਫੈਕਸ ਨੰਬਰ, ਈਮੇਲ ਸਭ ਦੇ ਕੇ ਕੀਤਾ। ਅਲਟੀਮੇਟਲੀ ਤਾਂ ਟਰੁੱਥ ਦੀ ਜਿੱਤ ਹੋਣੀ ਹੈ, ਕਿਸੇ ਇਸ ਗੱਲੋਂ ਕੋਈ ਘਬਰਾਉਣੇ ਦੀ ਲੋੜ ਨਹੀਂ। ਹਾਂਜੀ, ਉਹਦੇ 'ਚ ਐਕਚੁਅਲੀ ਇਹਨਾਂ ਨੇ ਫਿਰ ਇੱਕ ਇਨਕੁਆਇਰੀ ਇਨੀਸ਼ੀਏਟ ਕੀਤੀ, ਜਿਹੜਾ ਕਿ ਮੇਰਾ ਕੋਈ ਬਿੱਲ ਸਬਮਿਟ ਕੀਤਾ ਹੋਇਆ ਸੀਗਾ ਟਰੈਵਲਿੰਗ ਦਾ, ਉਹਦੇ ਵਿੱਚ ਕਿ ਵੀ ਤੁਸੀਂ ਇਹਨੂੰ ਬਿੱਲ ਦੇ ਵਿੱਚ ਫਲਾਣਾ ਇਹ ਮਿਸਕੋਟ ਕੀਤੇ ਹੈਗੇ ਆ। ਹਾਲਾਂਕਿ ਉਹ ਨਾ ਮੈਂ ਬਿੱਲ ਲਿਆ ਸੀ ਹਜੇ, ਨਾ ਹਜੇ ਬਿੱਲ ਭੇਜਿਆ ਸੀ ਅਪਰੂਵਲ ਵਾਸਤੇ। ਉਸ ਤੋਂ ਪਹਿਲਾਂ ਪਹਿਲੀ ਵਾਰੀ ਹੋਇਆ EPC ਦੇ ਵਿੱਚ ਕਿ ਕਿਸੇ ਨੇ ਇਸ ਤਰ੍ਹਾਂ ਦੀ ਇਨਕੁਆਇਰੀ ਕੀਤੀ ਹੋਵੇ। ਤਾਂ ਉਹ ਕਰਨਾ ਹੁੰਦਾ ਇਹ ਇੱਦਾਂ ਦੀਆਂ ਜਿਹੜੀਆਂ ਹੈ ਫਰਜ਼ੀ ਇਨਕੁਆਰੀਆਂ, ਇਹਨਾਂ ਦੀ ਕੋਈ ਵੈਲਿਊ ਨਹੀਂ। ਜਿਹੜਾ ਆਫਿਸਰ ਦੀ ਇੰਟਾਈਟਲਮੈਂਟ ਹੈ, ਜਿਹਨੇ 22 ਈਅਰ ਇੰਟਾਈਟਲਮੈਂਟ, ਉਹਨੇ ਟਰੈਵਲ ਕੀਤਾ, ਫਿਰ ਉਹਨੇ ਖਾਧਾ ਪੀਤਾ, ਸਟੇ ਕੀਤਾ ਹੋਟਲ 'ਚ, ਉਹਦੀ ਇੰਟਾਈਟਲਮੈਂਟ 'ਚ ਉਹ ਸਰਕਾਰ ਨੂੰ ਦੇਣਾ ਪੈਣਾ, ਜਾਂ ਜਿਹੜਾ ਵੀ ਡਿਪਾਰਟਮੈਂਟ ਹੈਗਾ ਹਰ ਹਾਲਤ ਵਿੱਚ। ਬਿਲਕੁਲ। ਉਸ ਤੋਂ ਬਾਅਦ ਫਿਰ ਉਹ ਇਨਕੁਆਇਰੀ ਖਤਮ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਵੀ ਬਕਾਇਦਾ ਉਹਦੇ, ਔਰ ਉਹ ਹਾਂਜੀ ਬਸ ਸਿਰਫ ਇੱਕ ਇਹ ਸੀ ਵੀ ਇੱਕ ਬਲੌਟ ਜਿਹੜਾ ਨੇ ਲਗਾਉਣਾ ਸੀ ਮੇਰੇ ਨਾਮ ਦੇ ਨਾਲ ਕਿ ਵੀ ਇੱਥੇ ਇਨਕੁਆਇਰੀ ਹੋਈ ਹੈ, ਫਲਾਣਾ ਹੋਇਆ ਇੱਕ ਬਿੱਲ ਪਿੱਛੇ, ਜਿਹੜਾ ਕਿ ਅਜੇ ਸਬਮਿਟ ਕੀਤਾ ਗਿਆ ਅਪਰੂਵਲ ਵਾਸਤੇ, ਜਿਹੜਾ ਕਿ ਕਦੀ ਕਿਸੇ ਬੈਂਕ ਆਫਿਸ ਹੋਇਆ ਵੀ ਨਹੀਂ ਹੋਣਾ ਇਹ ਕਦੀ ਇਸ ਤਰ੍ਹਾਂ ਦੀ ਇਨਕੁਆਇਰੀ। ਅੱਛਾ, ਦੋ ਆਪਸ਼ਨ ਹੈਗੀਆਂ। ਇੱਕ ਤਾਂ ਉਹ ਇੱਕ ਮੇਰਾ ਜਿਹੜਾ ਲਟਰੇਰੀ ਦੋਸਤ ਆ, ਕਹਿੰਦਾ ਜੀ ਜੇ ਤੇਜ਼ ਹਨੇਰੀ ਵਗਦੀ ਹੋਵੇ ਤੇ ਕਣਕ ਦੀ ਫਸਲ ਹੋਵੇ, ਕਹਿੰਦਾ ਤੇਜ਼ ਹਨੇਰੀ ਤੇ ਜਿਹੜਾ ਤਾਂ ਕਣਕ ਦੀ ਉਹ ਜਿਹੜੇ ਪੌਦੇ ਆ ਉਹ ਬੈਂਡ ਹੋ ਜਾਂਦੀ ਆ, ਉਹ ਤਾਂ ਬਚ ਜਾਂਦੀ, ਜਿਹੜਾ ਉੱਥੇ ਖੜਾ ਰਹੇ ਤੇ ਉਹ ਟੁੱਟ ਜਾਂਦਾ ਹੈਗਾ। ਇੱਕ ਤਾਂ ਇਹੋ ਜਿਹੇ ਕਰਪਟ ਸਿਸਟਮ ਵਿੱਚ ਤੁਸੀਂ ਕੰਮ ਕਰਨਾ, ਜੇ ਤੁਸੀਂ ਸਿੱਧੇ ਖੜੇ ਰਹਿੰਦੇ ਤੁਹਾਡਾ ਲੱਕ ਹੀ ਤੋੜ ਦਿੰਦੇ ਬੰਦੇ, ਹਨੇਰੀ ਤੋੜ ਦਿੰਦੀ ਹੈਗੀ ਆ। ਜੇ ਤੁਸੀਂ ਬੈਂਡ ਹੁੰਦੇ ਤੁਹਾਡੀ ਆਪਣੀ ਇੰਟੈਗ੍ਰਿਟੀ। ਜਿਹੜੇ ਹੁਣ ਆਫਿਸਰ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ, ਕਿਵੇਂ ਇੱਦਾਂ ਦੇ ਸਿਸਟਮ ਵਿੱਚ ਸਰਵਾਈਵ ਕਰਨਾ? ਮੇਰੇ ਹਿਸਾਬ ਨਾਲ ਜੀ, ਕਿਉਂਕਿ ਮੈਂ ਵੀ ਇਹਨੇ 20 ਸਾਲ ਦੀ ਸਰਵਿਸ ਤੋਂ ਬਾਅਦ ਜਦੋਂ ਇੱਕ ਵਾਰੀ ਇਹ ਪੰਗਾ ਲਿਆ ਤਾਂ ਮੈਨੂੰ ਇਹ ਲੱਗਿਆ ਸੀ ਕਿਤੇ ਨਾ ਕਿਤੇ ਕਿ ਤੁਹਾਡੇ 'ਚ ਇਨਸਿਕਿਉਰਿਟੀ, ਤੁਹਾਡੇ ਜੋਬ ਦੇ ਵਿੱਚ, ਤੁਹਾਡੀ ਸਰਵਿਸ ਤੇ ਤੁਹਾਡੇ ਰੈਪੂਟੇਸ਼ਨ 'ਚ ਕੁਛ ਨਾ ਕੁਛ ਫਰਕ ਪੈਂਦਾ ਇਸ ਚੀਜ਼ ਦਾ, ਕਿ ਤੁਸੀਂ ਇੱਕ ਟੈਗ ਲੈ ਕੇ ਘੁੰਮਦੇ ਹੋ ਕਿ ਤੁਸੀਂ ਚਾਹੇ ਕਿ ਤੁਸੀਂ ਜੈਨੂਅਲੀ ਕੰਪਲੇਂਟ ਕਰ ਰਹੇ ਹੋ, ਪਰ ਇੱਕ ਸ਼ਿਕਾਇਤੀ ਟੱਟੂ ਲੱਗਦਾ ਵੀ ਸ਼ਿਕਾਇਤੀ ਟੱਟੂ ਆ ਇਹੋ, ਮਤਲਬ ਤੁਹਾਡਾ ਉਹ ਸਾਰਾ ਸਿਸਟਮ ਫਿਰ ਉਦਾਂ ਦਾ ਉਹਦੇ ਵਿੱਚ ਆਡ ਮੈਨ ਆਊਟ ਹੋ ਜਾਂਦਾ ਨਾ। ਹਾਂਜੀ, ਉਹ ਹਰੇਕ ਬੰਦਾ, ਹਾਲਾਂਕਿ ਮੇਰੀ ਆਫਿਸ ਦੇ ਵਿੱਚ ਬਾਕੀ ਸਾਰੇ ਆਫਿਸਰਸ ਹੋਰ ਹੈਗੇ ਨੇ, ਸਭ ਮੇਰੀ ਬੜੀ ਰਿਸਪੈਕਟ ਕਰਦੇ ਆ ਸਿਰਫ ਇਸ ਕਰਕੇ ਕਿ ਟਰਾਂਸਪੇਰੈਂਸੀ ਕਰਕੇ, ਔਰ ਉਹਨਾਂ ਨੂੰ ਮੇਰੇ ਬਾਰੇ ਪਤਾ ਵੀ ਹੈ ਕਿ ਆਈ ਐਮ ਦਾ ਓਨਲੀ ਪਰਸਨ ਹੂ ਕੰਪਲੇਨਡ ਅਗੇਂਸਟ ਦਾ ਮੈਨੇਜਮੈਂਟ। ਤਾਂ ਉਹ ਡਰਦੇ ਕੋਈ ਬੋਲਦਾ ਨਹੀਂ ਹੈ, ਕਿਉਂਕਿ ਸਭ ਨੂੰ ਪਤਾ ਹੈ ਕਿ 4-5 ਸਾਲ ਰਹਿੰਦੇ ਆ, ਅੱਖਾਂ ਬੰਦ ਕਰਕੇ ਕੱਢ ਲਓ, ਇਹ 'ਚ ਕੀ ਐਵੇਂ ਅਨਸੈਸਰੀ ਪੰਗਾ ਲੈਣਾ, ਸਰਦਾਰ ਤਾਂ ਕਮਲੇ ਹੁੰਦੇ ਆ। ਉਹ ਗੱਲਾਂ ਆ ਜਾਂਦੀਆਂ ਹੈਗੀਆਂ ਵਿੱਚ ਫਿਰ ਕਿ ਕਈ ਕੋਸ਼ਿਸ਼ ਕਰੀ ਦੀ ਆਪਣੇ ਵੱਲੋਂ ਕਿ ਜੇ ਤੁਸੀਂ ਇੱਦਾਂ ਹੀ ਹਨੇਰੀ ਨਾਲ ਬੈਂਡ ਹੋਣ ਲੱਗ ਪਏ ਤਾਂ ਤੁਹਾਡੀ ਆਪਣੀ ਕੈਪੈਸਿਟੀ ਬਿਲਕੁਲ ਖਤਮ ਹੋ ਜਾਏਗੀ। ਉਹਨੇ ਕਿ ਬੈਂਡ ਹੋਵੋ ਜਿੰਨਾ ਕਿ ਤੁਹਾਨੂੰ ਇਮਾਨਦਾਰੀ ਨਾਲ ਹੋ ਜਾਣਾ ਚਾਹੀਦਾ, ਇੰਨੇ ਵੀ ਬੈਂਡ ਨਾ ਹੋਵੋ ਕਿ ਤੁਸੀਂ ਬਿਲਕੁਲ ਹੀ ਲੰਬੇ ਪੈ ਜਾਓ। ਬਿਲਕੁਲ ਕੰਪਰੋਮਾਈਜ਼ ਉੱਥੇ ਤੱਕ ਹੀ ਕਰੋ ਜਿੰਨਾ ਕਿ ਤੁਸੀਂ ਤੁਹਾਨੂੰ ਜਨਰਲੀ ਕਰ ਸਕਦੇ ਹੈਗੇ ਹੋ। ਇਹ ਕੰਪਰੋਮਾਈਜ਼ ਨਹੀਂ ਕਿ ਜੀ ਤੁਸੀਂ
ਜੋ ਤੁਹਾਨੂੰ ਕਹਿੰਦੇ ਪਏ ਆ ਉਹ ਗਲਤ ਮਲਤ ਜੋ ਸਭ ਹੁੰਦਾ ਪਿਆ ਕਰੀ ਜਾਓ, ਉਹ ਦੈਟ ਇਜ਼ ਨਾਟ ਅਸੈਪਟੇਬਲ। ਮੈਂ ਤਾਂ ਨਹੀਂ ਉਹ ਪਸੰਦ ਕਰਦਾ ਜੀ। ਇਹੀ ਮੈਂ ਐਡਵਾਈਸ ਕਰੂੰਗਾ ਕਿ ਹਾਂ, ਆਪਣਾ ਜੇ ਤੁਹਾਨੂੰ ਇਹ ਲੱਗਦਾ ਹੈਗਾ ਕਿ ਕਿਤੇ ਤੁਹਾਡੀ ਫੈਮਿਲੀ ਇਨਸਿਕਿਉਰ ਹੈਗੀ ਹੈ ਜਾਂ ਤੁਸੀਂ ਇਸ ਟਾਈਮ ਦੇ ਵਿੱਚ ਨਹੀਂ ਕਰ ਸਕਦੇ ਹੈਗੇ, ਤਾਂ ਤੁਹਾਨੂੰ ਇਹ ਸੋਚਣਾ ਪਏਗਾ ਪਹਿਲਾਂ ਕਿ ਤੁਸੀਂ ਆਪਣਾ ਫਿਊਚਰ ਸਿਕਿਉਰ ਕਰਕੇ, ਕਿਉਂਕਿ you cannot take the risk of just uprooting your family from the a solid background this thing। ਹਾਂਜੀ ਉਹ ਚੀਜ਼ ਨੂੰ ਠੀਕ ਥੋੜਾ ਠੀਕ ਜਿਹਾ ਪੁਆਇੰਟ ਰੱਖ ਕੇ ਮਨ ਦੇ ਵਿੱਚ ਕਿ ਵੀ, ਪਰ ਹਾਂ ਕੰਪਰੋਮਾਈਜ਼ ਤੁਸੀਂ ਪ੍ਰਿੰਸੀਪਲ ਦੇ ਨਾਲ ਕਰਨਾ ਇਟਸ ਵੈਰੀ ਡਿਫੀਕਲਟ। ਮੇਰੇ ਹਿਸਾਬ ਨਾਲ ਤਾਂ ਬਹੁਤ ਮੁਸ਼ਕਿਲ ਹੈ ਜੀ। ਤੁਸੀਂ ਇੱਕ ਹਾਂਜੀ ਚਾਹ ਦੇ ਵਿੱਚ ਮੱਖੀ ਪਈ ਹੋਵੇ ਉਹਨੂੰ ਪੀ ਨਹੀਂ ਸਕਦੇ ਮੇਰੇ ਹਿਸਾਬ ਹਾਂ ਨਾਲ। ਕਰਦੇ ਹਾਂਜੀ ਬਿਲਕੁਲ ਬਿਲਕੁਲ। ਤੁਸੀਂ ਪਿੰਦਰ ਜੀ ਬਹੁਤ ਸੋਹਣੀਆਂ ਗੱਲਾਂ ਕਹੀਆਂ। ਮੈਨੂੰ ਉਮੀਦ ਆ ਜਿਹੜੇ ਇੰਟੈਗ੍ਰਿਟੀ ਵਾਲੇ ਆਫੀਸਰਸ ਹੈਗੇ ਆ, ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹੈਗੇ ਆ, ਉਹ ਫਾਈਟਰ ਹੈਗੇ ਆ, ਉਹ ਤੁਹਾਡੀਆਂ ਗੱਲਾਂ ਤੋਂ ਜ਼ਰੂਰ ਇੰਪ੍ਰੈਸ ਹੋਣਗੇ। ਜਿਹੜੇ ਗਲਤ ਕੰਮ ਕਰਦੇ, ਉਹ ਕੋਈ ਸਾਡਾ ਪ੍ਰੋਗਰਾਮ ਦੇਖਦਾ, ਉਹਨਾਂ ਨੂੰ ਵੀ ਇੰਸਪੀਰੇਸ਼ਨ ਮਿਲੇ ਵੀ ਇੱਦਾਂ ਦੇ ਕੋਈ ਗਲਤ ਕੰਮ ਨਹੀਂ ਕਰਨੇ ਚਾਹੀਦੇ। ਤੁਸੀਂ ਸਾਡੇ ਨਾਲ ਜੁੜੇ ਪਿੰਦਰ ਜੀ, ਬਹੁਤ ਵਧੀਆ ਗੱਲਾਂ ਕੀਤੀਆਂ ਤੇ ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।